ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਦੇਸ਼ ਕਾਲ ਪੁਨ ਬਸਤ ਬਹੋਰੀ। ਤੀਨੋਂ ਹੋਏ ਜਾਤ ਇਕ ਠੋਰੀ। ਤਬ ਏ ਦੇ ਬਿਨਸ ਕਰ ਜਾਈ। ਕੋਏ ਨਾ ਇਸ ਕੋ ਰਾਖ ਸਕਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਦਿਨ ਦੇ ਚੌਥੇ ਪਹਿਰ ਬੈਠ ਕੇ ਕਥਾ ਸੁਣਨ ਦੀ ਮਰਜ਼ਾਦਾ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਦਿਨ ਦੇ ਚੌਥੇ ਪਹਿਰ ਬੈਠ ਕੇ ਕਥਾ ਸੁਣਨੀ, ਸੰਧਿਆ ਸਮੇਂ ਸੋਦਰ ਤੇ ਆਰਤੀ ਦਾ ਗਾਇਨ ਕਰਨਾ ਔਰ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ, ਇਹ ਮਰਜ਼ਾਦਾ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਮਰਿਆਦਾ ਦਾ ਪਾਲਣ ਹਰ ਇੱਕ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਮਰਜ਼ਾਦਾ ਗੁਰੂ ਸਾਹਿਬ ਜੀ ਦੀ ਸਿਮਰਤੀ ਹਿਰਦੇ ਵਿੱਚ ਦ੍ਰਿੜ ਕਰਾਉਂਦੀ ਹੈ। ਜੇ ਮਰਜ਼ਾਦਾ ਨਾ ਹੋਵੇ ਤਾਂ ਗੁਰੂ ਸਾਹਿਬ ਚੇਤੇ ਨਹੀਂ ਆਉਂਦੇ। ਇਸੇ ਕਰਕੇ ਸਾਡਿਆਂ ਬਜ਼ੁਰਗਾਂ ਨੇ ਮਰਿਆਦਾ ਬਣਾਈ। ਸੰਧਿਆ ਸਮੇਂ ਦਿਨ ਦੇ ਪਿਛਲੇ ਪਹਿਰ ਗੁਰੂ ਕੇ ਇਤਿਹਾਸ ਦੀ ਕਥਾ ਕਰਨ ਤੇ ਸੁਣਨ ਦੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਐਸੇ ਖੰਡ 'ਚ ਨਗਰ 'ਚ ਆਏ ਨੇ ਜਿੱਥੇ ਦੇਵੀ ਦੇ ਭਗਤ ਰਹਿੰਦੇ। ਚੰਡਕਾ ਦਾ ਮੰਦਿਰ ਹੈ ਜਿੱਥੇ ਬੜੀ ਪੂਜਾ ਹੋ ਰਹੀ ਹੈ, ਮੇਲਾ ਹੈ। ਲੋਕ ਪਸ਼ੂ ਲੈ ਕੇ ਜਾ ਰਹੇ ਨੇ ਉੱਥੇ ਬਲੀਆਂ ਦੇਣ ਵਾਸਤੇ। ਸਤਿਗੁਰੂ ਜੀ ਉੱਥੇ ਰਸਤੇ 'ਚ ਬੈਠ ਗਏ ਭਾਈ ਬਾਲਾ ਮਰਦਾਨਾ ਜੀ ਦੇ ਸਮੇਤ। ਰਾਜਾ ਆਇਆ, ਉਹਨੇ ਵੇਖਿਆ ਕਿ 3 ਵਿਦੇਸ਼ੀ ਨਰ ਨੇ। ਕਹਿਣ ਲੱਗਾ ਅੱਜ ਤਾਂ ਗੱਲ ਬਣ ਗਈ, ਅੱਜ ਅਸੀਂ ਨਰ ਬਲੀ ਦੇਵਾਂਗੇ। ਸਿਪਾਹੀ ਭੇਜੇ, ਭਾਈ ਬਾਲਾ ਜੀ ਨੂੰ ਫੜ ਕੇ ਲੈ ਗਏ ਵੀ ਇਹਦੀ ਬਲੀ ਦਿਆਂਗੇ। ਚੰਡਕਾ ਦੇ ਮੰਦਰ ਵਾਲੇ ਪਾਸੇ ਵਧੇ ਨੇ। ਭਾਈ ਮਰਦਾਨਾ ਜੀ ਪਿੱਛੇ ਪਿੱਛੇ ਭਾਈ ਬਾਲੇ ਕੋਲ ਗਏ ਤੇ ਕਹਿੰਦੇ, ਬਾਲਿਆ ਅੱਜ ਤੈਂ ਕਾਬੂ ਆ ਗਿਆ ਹੈ, ਹੁਣ ਬਸ ਤੇਰਾ ਅੰਤਮ ਸਮਾਂ ਆ ਰਿਹਾ। ਭਾਈ ਬਾਲਾ ਜੀ ਕਹਿਣ ਲੱਗੇ, ਮਰਦਾਨਿਆ ਸਰੀਰ ਦਾ ਧਰਮ ਹੈ ਮਰਨਾ ਤੇ ਜਨਮਣਾ। ਜਿਹੜਾ ਮੇਰਾ ਸਵਰੂਪ ਹੈ ਉਹਦਾ ਨਾ ਜਨਮ ਹੁੰਦਾ ਤੇ ਨਾ ਹੀ ਮਰਨ ਹੁੰਦਾ। ਨਾਲੇ ਦੇਸ਼ ਕਾਲ ਵਸਤੂ ਜੇ ਤਿੰਨੇ ਮਿਲ ਜਾਣ ਫਿਰ ਮੌਤ ਹੁੰਦੀ ਹੈ। ਜੇ ਨਾ ਤਿੰਨਾਂ ਵਿੱਚੋਂ ਇੱਕ ਵੀ ਕਮਤੀ ਹੋਵੇ ਤਾਂ ਫਿਰ
ਜੀਵ ਨੂੰ ਕੋਈ ਮਾਰ ਨਹੀਂ ਸਕਦਾ। ਇਹ ਬਚਨ ਭਾਈ ਸਾਹਿਬ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨਾਲ ਕਰ ਰਹੇ ਨੇ ਔਰ ਚੰਡਕਾ ਦੇ ਮੰਦਰ ਵੱਲ ਵਧ ਰਹੇ ਨੇ। ਸਿਪਾਹੀਆਂ ਨੇ ਭਾਈ ਬਾਲੇ ਨੂੰ ਅੱਗੇ ਮੂਹਰੇ ਟੋਰਿਆ ਹੋਇਆ, ਆਪ ਪਿੱਛੇ ਪਿੱਛੇ ਰਾਜਾ ਉਹਦੇ ਵਜ਼ੀਰ ਅਹਿਲਕਾਰ ਟੁਰੇ ਜਾ ਰਹੇ ਨੇ। ਆਓ ਗੁਰੂ ਚਰਨਾਂ ਵਿੱਚ ਧਿਆਨ ਜੋੜੀਏ। ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦੇਸ਼ ਕਾਲ ਪੁਨ ਬਸਤ ਬਹੋਰੀ। ਭਾਈ ਬਾਲਾ ਜੀ ਕਹਿੰਦੇ ਮਰਦਾਨਿਆਂ ਦੇਸ਼ ਕਾਲ ਤੇ ਵਸਤੂ, ਇਹ ਜਦੋਂ ਤਿੰਨੇ ਚੀਜ਼ਾਂ ਮਿਲ ਜਾਣ, ਕੱਲ ਦੱਸਿਆ ਸੀ ਦੇਸ਼ ਕਾਲ ਵਸਤੂ ਬਾਰੇ ਆਪ ਜੀ ਨੂੰ, ਕਿ ਜਦੋਂ ਇਹ ਤਿੰਨੇ ਚੀਜ਼ਾਂ ਮਿਲ ਜਾਣ, ਇਕੱਠੀਆਂ ਹੋ ਜਾਣ, ਤੀਨੋਂ ਹੋਏ ਜਾਤ ਇਕ ਠੌਰੀ। ਜਦੋਂ ਇਹ ਤਿੰਨੇ ਮਿਲ ਜਾਣ, ਤਿੰਨੇ ਇਕੱਠੇ ਹੋ ਜਾਣ, ਤਬ ਇਹਦੇ ਬਿਨਸ ਕਰ ਜਾਈ। ਉਸ ਵਕਤ ਆ ਜਿਹੜੀ ਦੇਹ ਹੈ, ਆ ਜਿਹੜਾ ਸਰੀਰ ਹੈ, ਇਹ ਬਿਨਸਦਾ ਹੈ, ਇਹਦਾ ਨਾਸ਼ ਹੁੰਦਾ ਹੈ। ਕੋਈ ਨਾ ਇਸ ਕੋ ਰਾਖ ਸਕਾਈ। ਫਿਰ ਇਹਨੂੰ ਕੋਈ ਰੱਖ ਨਹੀਂ ਸਕਦਾ। ਕੋਈ ਲੱਖ ਯਤਨ ਕਰੇ, ਵੈਦ ਯਤਨ ਕਰਨ, ਜਾਂ ਕੋਈ ਹੋਰ ਕੋਈ ਲੱਖਾਂ ਤਰੀਕੇ ਅਪਣਾਵੇ, ਫਿਰ ਇਸ ਦੇਹ ਨੂੰ ਨਹੀਂ ਰੱਖਿਆ ਜਾ ਸਕਦਾ। ਜੇ ਦੇਸ਼ ਕਾਲ ਵਸਤੂ ਤਿੰਨੇ ਮਿਲ ਜਾਣ, ਇੱਕ ਨ ਤੀਨੋਂ ਮੈਂ ਜੀ ਮਿਲਤ ਹੈ। ਤੇ ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਨਾ ਮਿਲੇ, ਯਾਨੀ ਕਿ ਤਿੰਨਾਂ ਵਿੱਚੋਂ ਇੱਕ ਵੀ ਕਮਤੀ ਹੋਵੇ, ਤੋ ਤਨ ਰੱਖਿਆ ਕਾਲ ਕਰਤ ਹੈ। ਉਦੋਂ ਤੱਕ ਫਿਰ ਕਾਲ ਰੱਖਿਆ ਕਰਦਾ ਇਸ ਸਰੀਰ ਦੀ। ਜਦੋਂ ਤੱਕ ਤਿੰਨਾਂ ਦਾ ਮੇਲ ਨਹੀਂ ਹੁੰਦਾ, ਉਦੋਂ ਤੱਕ ਫਿਰ ਕਾਲ ਰੱਖਿਆ ਕਰਦਾ। ਉਹੀ ਕਾਲ ਜਿਹੜਾ ਤਿੰਨਾਂ ਦੇ ਮਿਲਦਿਆਂ ਭੱਖ ਜਾਂਦਾ, ਖਾ ਜਾਂਦਾ। ਤੇ ਜੇ ਇਹ ਤਿੰਨੇ ਨਾ ਮਿਲੇ ਹੋਣ, ਫਿਰ ਉਹੀ ਕਾਲ ਇਸ ਦੇਹ ਦੀ, ਇਸ ਕਾਇਆ ਦੀ ਰੱਖਿਆ ਕਰਦਾ ਹੈ। ਕਿਉਂ ਸੁਨ ਤੂਸ਼ਨ ਭਾ ਮਰਦਾਨਾ। ਭਾਈ ਬਾਲਾ ਜੀ ਦੇ ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਚੁੱਪ ਕਰ ਗਏ। ਮੁਝ ਸੰਗ ਦੇਵੀ ਭਵਨ ਪਿਆਨਾ। ਭਾਈ ਬਾਲਾ ਜੀ ਦੇ ਨਾਲ ਨਾਲ ਭਾਈ ਮਰਦਾਨਾ ਜੀ ਦੇਵੀ ਦਾ ਜਿਹੜਾ ਭਵਨ ਹੈ, ਜਿੱਥੇ ਚੰਡਕਾ ਦਾ ਅੰਦਰ ਮੰਦਰ ਸੀ, ਉਸ ਪਾਸੇ ਅੰਦਰ ਨੂੰ ਵਧਦੇ ਜਾ ਰਹੇ ਨੇ, ਚਲਦੇ ਜਾ ਰਹੇ ਨੇ। ਸ਼੍ਰੀ ਗੁਰ ਆਪ ਤਹਾਂ ਚੱਲ ਆਏ। ਇਹਨੇ ਨੂੰ ਪਿੱਛੇ ਪਿੱਛੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਚੱਲ ਕੇ ਪਹੁੰਚ ਗਏ। ਪਿਖੇ ਤਮਾਸ਼ੋ ਕਛ ਨ ਅਲਾਈ। ਮਹਾਰਾਜ ਜੀ ਤਮਾਸ਼ਾ ਵੇਖ ਰਹੇ ਨੇ ਕੀ ਹੋ ਰਿਹਾ। ਸਤਿਗੁਰੂ ਜੀ ਬੋਲੇ ਨਹੀਂ ਕੁਝ, ਪਾਤਸ਼ਾਹ ਨੇ ਕੋਈ ਬਚਨ ਕੋਈ ਪ੍ਰਵਚਨ ਨਹੀਂ ਕੀਤਾ, ਬਸ ਖਲੋਤੇ ਇੱਕ ਪਾਸੇ ਮਹਾਰਾਜ ਜੀ ਇਹ ਸਾਰਾ ਤਮਾਸ਼ਾ ਵੇਖ ਰਹੇ ਨੇ ਜੋ ਇਸ ਨਗਰ ਦਾ ਰਾਜਾ ਕਰ ਰਿਹਾ ਹੈ। ਜਬ ਕੀ ਦੁਰਗਾ ਕੀਰ ਅਗਾਰੀ। ਭਾਈ ਬਾਲੇ ਨੂੰ ਨਾਲ ਲੈ ਕੇ ਜਦੋਂ ਇਹ ਦੁਰਗਾ ਦੇਵੀ ਦੇ ਚੰਡਕਾ ਦੇ ਮੰਦਰ ਵਿੱਚ ਉਹਦੇ ਕੋਲ ਗਏ, ਤਬ ਅਵਨੇਸ਼ਵਰ ਗਿਰਾ ਉਚਾਰੀ। ਜਿਹੜਾ ਰਾਜਾ ਸੀ ਨਗਰ ਦਾ, ਉਹ ਬੋਲਿਆ, ਕਹਿਣ ਲੱਗਾ, ਇਸ ਮਾਨਵ ਕੋ ਭੇਟ ਚੜੀ ਜੈ। ਕਹਿਣ ਲੱਗੇ ਉੱਥੇ ਜਿਹੜੇ ਪੁਜਾਰੀ ਸੀ ਮੰਦਰ ਵਿੱਚ, ਉਹਨਾਂ ਨੂੰ ਕਹਿੰਦਾ ਰਾਜਾ, ਹੇ ਪੁਜਾਰੀ ਜਨੋ, ਆਹ ਬੰਦਾ ਮੈਂ ਤੁਹਾਡੇ ਕੋਲ ਲਿਆਇਆ ਹਾਂ ਫੜ ਕੇ, ਇਹਦੀ ਬਲੀ ਦੇਣੀ ਹੈ ਮਾਤਾ ਦੇ ਮੰਦਰ 'ਚ। ਚੰਡਕਾ ਦੀ ਬਲੀ ਇਹਦੀ ਦੇਣੀ ਹੈ, ਇਹਨੂੰ ਮਾਤਾ ਦੇ ਮੰਦਰ ਵਿੱਚ ਮੈਂ ਚੜਾਵੇ ਵਜੋਂ ਚੜਾਉਂਦਾ ਹਾਂ। ਵਰਦਾਨੀ ਸੋ ਪ੍ਰਸੰਨ ਕਰੀ ਜੈ। ਔਰ ਜਿਹੜੀ ਵਰਦਾਨੀ ਹੈ ਉਹਨੂੰ ਪ੍ਰਸੰਨ ਕਰੋ, ਇਹਦੀ ਬਲੀ ਦੇ ਕੇ, ਨਰ ਬਲੀ ਦੇ ਕੇ ਉਹਨੂੰ ਪ੍ਰਸੰਨ ਕਰੋ। ਪੀਰ ਪੂਰ ਪੀ ਪਵਨ ਅਗਾਰੀ। ਦੇਖਣ ਵਾਸਤੇ ਬੜੀ ਦੁਨੀਆ ਇਕੱਠੀ ਹੋ ਗਈ ਕਿ ਬੰਦੇ ਦੀ ਬਲੀ ਦਿੱਤੀ ਜਾਣੀ ਹੈ, ਨਰ ਬਲੀ ਦਿੱਤੀ ਜਾਣੀ ਹੈ। ਵੇਖਣ ਲਈ ਦੁਨੀਆ ਵਹੀਰਾਂ ਘੱਟ ਕੇ ਪਹੁੰਚ ਗਈ, ਕਿਉਂਕਿ ਲੋਕ ਤਮਾਸ਼ਾ ਵੇਖਣ ਦੇ ਸ਼ੌਕੀਨ ਹੁੰਦੇ। ਤੋ ਸਾਰਾ ਨਗਰ ਆ ਗਿਆ ਮੰਦਰ ਦੇ ਵਿੱਚ, ਬਹੁਤ ਜ਼ਿਆਦਾ ਭੀੜ ਹੋ ਗਈ, ਤਿਲ ਸੁੱਟਣ ਨੂੰ ਵੀ ਥਾਂ ਨਹੀਂ ਲੱਭਦੀ। ਕੋਤਕ ਅਵਲੋਕਤ ਨਰ ਨਾਰੀ। ਜਿਤਨੇ ਨਰ ਨਾਰੀਆਂ ਨੇ ਸਾਰੇ ਵੇਖ ਰਹੇ ਨੇ ਕਿ ਹੁਣ ਕੀ ਹੋਵੇਗਾ।
ਕਿਵੇਂ ਇਸ ਬੰਦੇ ਦੀ ਬਲੀ ਦੇਣਗੇ, ਕਿਹੜੇ ਤਰੀਕੇ ਨਾਲ ਦੇਣਗੇ। ਖੈਂਚ ਲਈ ਇੱਕ ਮਨੁੱਜ ਕਿਰਪਾਨਾ। ਉਸੇ ਵਕਤ ਇੱਕ ਝਟਕਾਈ ਉਹਨੂੰ ਕਿਹਾ ਜਿਹੜਾ ਪਸ਼ੂਆਂ ਦੀਆਂ ਵੀ ਬਲੀਆਂ ਦਿੰਦਾ ਸੀ। ਬਹੁਤ ਸਾਰੇ ਬੱਕਰੇ, ਭੇਡੂ, ਮੇਂਢੇ ਤੇ ਵੱਡੇ ਵੱਡੇ ਜਿਹੜੇ ਸਾਨ ਉਹਨਾਂ ਦੀ ਇਹ ਬਲੀ ਦਿੰਦਾ ਸੀ। ਜਦੋਂ ਭਾਈ ਬਾਲਾ ਜੀ ਨੂੰ ਅੱਗੇ ਕੀਤਾ, ਗਲ 'ਚ ਹਾਰ ਪਾਇਆ ਤੇ ਪੂਜਾ ਕੀਤੀ ਵੀ ਇਹਦੀ ਬਲੀ ਦੇਣੀ ਹੈ, ਉਹਦੇ ਹੱਥ ਵਿੱਚ ਤਲਵਾਰ ਹੈ ਜਲਾਦ ਦੇ। ਜਲਾਦ ਹੀ ਕਵਾਂਗੇ ਜਿਹੜਾ ਜੀਵ ਹਿੰਸਾ ਕਰਨ ਦੀ ਬਿਰਤੀ ਰੱਖਦਾ ਹੈ, ਤਾਂ ਉਹਨੇ ਹੱਥ 'ਚ ਤਲਵਾਰ ਪਕੜ ਕੇ ਵਾਰ ਕਰਨ ਦੀ ਇੱਛਾ ਕੀਤੀ। ਚਮਕੀ ਦੇਖ ਡਰਿਓ ਮਰਦਾਨਾ। ਜਦੋਂ ਤਲਵਾਰ ਚਮਕੀ, ਭਾਈ ਬਾਲੇ ਨੂੰ ਡਰ ਨਹੀਂ ਲੱਗਾ, ਭਾਈ ਮਰਦਾਨਾ ਜੀ ਦਾ ਮਨ ਡਰਿਆ। ਬਸ ਹੁਣ ਤਾਂ, ਪਹਿਲਾਂ ਤਾਂ ਹਾਸ ਰਸ 'ਚ ਲੈ ਰਹੇ ਸੀ, ਪਰ ਹੁਣ ਵੇਖਿਆ ਵੀ ਇਹ ਤਾਂ ਸੱਚਮੁੱਚ ਹੀ ਵੱਢਣ ਲੱਗੇ ਨੇ, ਭਾਈ ਬਾਲੇ ਨੂੰ ਕੱਟਣ ਲੱਗੇ ਨੇ। ਵੇਖ ਕੇ ਭਾਈ ਮਰਦਾਨਾ ਜੀ ਦਾ ਮਨ ਇੱਕ ਵਾਰੀ ਡਰਿਆ। ਸੰਗ ਰਹਿਣ ਵਾਰੋ ਪ੍ਰਭ ਤੇਰੇ। ਸਤਿਗੁਰੂ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ, ਮਹਾਰਾਜ ਜੀ ਭਾਈ ਬਾਲਾ ਜੀ ਤੁਹਾਡੇ ਨਾਲ ਰਹਿੰਦੇ ਨੇ। ਜਦੋਂ ਮੈਨੂੰ ਬਚਾਉਣਾ ਹੁੰਦਾ ਸੀ ਤੇ ਭਾਈ ਬਾਲਾ ਕਹਿੰਦਾ ਸੀ ਰਹਿਣ ਦਿਓ, ਤੇ ਤੁਸੀਂ ਜਵਾਬ ਦਿੰਦੇ ਸੀ ਸੰਗ ਲਏ ਕਿ ਹਮਕੋ ਲਾਜਾ। ਅਸੀਂ ਮਰਦਾਨੇ ਨੂੰ ਨਾਲ ਲਿਆ, ਸਾਨੂੰ ਉਹਦੀ ਲਾਜ ਹੈ। ਤੇ ਮਹਾਰਾਜ ਬਾਲਾ ਵੀ ਤਾਂ ਨਾਲ ਹੀ ਲੈ ਕੇ ਆਇਓ, ਹੁਣ ਇਹਦੀ ਲਾਜ ਕਿਉਂ ਨਹੀਂ ਰੱਖਦੇ? ਬਾਲੇ ਨੂੰ ਮਹਾਰਾਜ ਜੀ ਹੁਣ ਕਿਉਂ ਨਹੀਂ ਬਚਾਉਂਦੇ? ਰੱਖਿਆ ਆਪ ਕਰੋ ਇਸ ਬੇਰੇ। ਮਹਾਰਾਜ ਕਿਰਪਾ ਕਰੋ, ਇਸ ਵੇਰੀ ਆਪ ਜੀ ਇਹਦੀ ਰੱਖਿਆ ਕਰ ਲਓ, ਬਚਾ ਲਓ। ਤੈਂ ਛਿਨ ਕ੍ਰੋਧ ਕਾਲ ਕਾ ਕੜਕੀ। ਸਤਿਗੁਰੂ ਜੀ ਕਹਿੰਦੇ ਮਰਦਾਨਿਆਂ ਰੰਗ ਵੇਖ ਕਰਤਾਰ ਦੇ। ਕਰਤਾਰ ਕੀ ਕਰਦਾ? ਸਤਿਗੁਰੂ ਜੀ ਖੜੇ ਰਹੇ। ਜਦੋਂ ਇਹ ਤਲਵਾਰ ਲੈ ਕੇ ਭਾਈ ਬਾਲੇ ਦੇ ਸੀਸ ਤੇ ਵਾਰ ਕਰਨ ਵਾਸਤੇ ਤਲਵਾਰ ਚਮਕਾਈ, ਤਾਂ ਜਿਹੜਾ ਚੰਡਕਾ ਦਾ ਮੰਦਰ ਸੀ, ਉਹ ਚੰਡਕਾ ਇੱਕਦਮ ਕੜਕੀ, ਚੰਡੀ ਕੜਕੀ। ਕੜਕੁੱਠੀ ਰਣ ਚੰਡੀ ਫੌਜਾਂ ਦੇਖ ਕੇ, ਜਿਵੇਂ ਕਲਗੀਧਰ ਨੇ ਲਿਖਿਆ ਨਾ ਚੰਡੀ ਦੀ ਵਾਰ 'ਚ, ਕੜਕੁੱਠੀ ਰਣ ਚੰਡੀ ਫੌਜਾਂ ਦੇਖ ਕੇ। ਕਹਿੰਦੇ ਉਹ ਚੰਡੀ ਇੱਕਦਮ ਕੜਕੀ ਹੈ। ਪੀਰ ਪੂਰ ਮੇਲੇ ਕੀ ਭੜਕੀ। ਮੇਲਾ ਜਿੰਨਾ ਆਇਆ ਸੀ ਉਹ ਇੱਕ ਵਾਰੀ ਭੜਕ ਗਈ ਭੀੜ। ਜਦੋਂ ਇੱਕਦਮ ਚੰਡੀ ਦੇ ਕੜਕਣ ਦੀ ਆਵਾਜ਼ ਆਈ ਨਾ, ਕਿਲਕਾਰੀ ਦੀ ਆਵਾਜ਼ ਸੁਣੀ ਮੰਦਰ ਚੋਂ, ਜਿੰਨੀ ਭੀੜ ਸੀ ਉੱਥੇ ਸਾਰੀ ਵਿਚਲਿਤ ਹੋ ਗਈ। ਪ੍ਰਗਟੀ ਚੰਡ ਪ੍ਰਚੰਡ ਭਿਆਨਾ। ਬੜਾ ਭਿਆਨਕ ਰੂਪ ਲੈ ਕੇ ਜਿਹੜੀ ਚੰਡੀ ਸੀ, ਉਹ ਪ੍ਰਚੰਡ ਰੂਪ ਲੈ ਕੇ, ਜਿਹੜਾ ਕਾਲਕਾ ਦਾ ਰੂਪ ਹੁੰਦਾ ਹੈ, ਉਹ ਰੂਪ ਲੈ ਕੇ ਚੰਡੀ ਪ੍ਰਗਟ ਹੋ ਗਈ। ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕੇ। ਤੋ ਉਹ ਜਿਹੜੀ ਕਾਲਕਾ ਸੀ, ਉਹ ਬੜਾ ਭਿਆਨਕ ਤੇ ਵਿਕਰਾਲ ਰੂਪ ਲੈ ਕੇ ਪ੍ਰਗਟ ਹੋਈ, ਤੇ ਨਾਲੇ ਕਿਲਕਾਰੀਆਂ ਮਾਰਦੀ ਐ। ਤੈ ਨਰ ਕਰਤੇ ਛੀਨ ਕਿਰਪਾਨਾ। ਤੇ ਜਿਹੜਾ ਬੰਦਾ ਉਹ ਕਿਰਪਾਨ ਵੱਢਣ ਲੱਗਾ ਸੀ ਨਾ, ਭਾਈ ਬਾਲੇ ਨੂੰ ਮਾਰਨ ਲੱਗਾ ਸੀ, ਉਹਦੇ ਹੱਥ ਚੋਂ ਤਲਵਾਰ ਚੰਡੀ ਨੇ ਖੋਹ ਲਈ। ਚੰਡੀ ਪ੍ਰਗਟ ਹੋ ਗਈ ਤੇ ਚੰਡੀ ਨੇ ਉਹਦੇ ਹੱਥ ਚੋਂ ਖੋਹ ਲਈ, ਜਿਹੜੀ ਭਾਈ ਬਾਲੇ ਨੂੰ ਮਾਰਨ ਲੱਗਾ ਸੀ। ਉਤੋਂ ਨਰੇਸ਼ ਠਾਂਡ ਜੈ ਠਾਈ। ਰਾਜਾ ਉੱਥੇ ਹੀ ਖੜਾ ਸੀ। ਚੰਡੀ ਨੇ ਉਹ ਤਲਵਾਰ ਉਹਦੇ ਕੋਲੋਂ ਖੋਈ ਤੇ ਰਾਜੇ ਦੇ ਪਾਸ ਗਈ। ਜਾਏ ਤਹਾਂ ਕੇ ਕੰਠ ਲਗਾਈ। ਜਾ ਕੇ ਰਾਜੇ ਦਾ ਸਿਰ ਵੱਢ ਕੇ ਧੜ ਤੇ ਜ਼ਮੀਨ ਤੇ ਸੁੱਟ ਦਿੱਤਾ। ਚੰਡੀ ਨੇ ਵੀ ਬਲੀ ਦੇਣੀ ਆ ਮਲੇਛਾ ਆਪਣੀ ਦੇ, ਕਿਸੇ ਦੂਜੇ ਦੀ ਕਿਉਂ ਦੇਣਾ? ਸਿਰ ਦੇਣਾ ਤੇ ਬਲੀ ਦੇਣੀ ਆਪਣੀ ਦੇਖਾਂ ਤੂੰ। ਕਹਿੰਦੇ ਚੰਡੀ ਨੇ ਭੜਕ ਕੇ ਕੜਕ ਕੇ ਰਾਜੇ ਦਾ ਹੀ ਸਿਰ ਵੱਢ ਲਿਆ, ਉਹਦਾ ਹੀ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ। ਤਤ ਛਿਨ ਧਰਤੇ ਸਿਰ ਗਿਰ ਪਰਿਆ। ਤਤ ਛਿਨ ਉਹਦੇ ਧੜ ਤੋਂ ਸਿਰ ਡਿੱਗ ਕੇ ਜ਼ਮੀਨ ਤੇ ਜਾ ਪਿਆ। ਜਨ ਸ਼ਾਖਾ ਤੇ ਫਲ ਕਿਨ ਹਰਿਆ। ਰਾਜੇ ਦਾ ਸਿਰ ਉਹਦੇ ਧੜ ਤੋਂ ਟੁੱਟ ਕੇ ਇਉਂ ਜ਼ਮੀਨ ਤੇ ਡਿੱਗਾ, ਮਾਨੋ ਜਿਵੇਂ ਕਿਸੇ ਦਰਖਤ ਦੀ ਟਹਿਣੀ ਨਾਲੋਂ ਕੋਈ ਫਲ ਟੁੱਟ ਕੇ ਜ਼ਮੀਨ ਤੇ ਡਿੱਗਦਾ। ਮਾਨੋ ਜਿਵੇਂ ਕਿਸੇ ਦਰਖਤ ਦੀ ਟਹਿਣੀ ਨਾਲੋਂ ਫਲ ਉਹ ਟੁੱਟ ਕੇ ਭੁੰਜੇ ਡਿੱਗਦਾ ਹੈ। ਸ਼੍ਰੋਣਤ ਚੱਲਿਓ ਗਿਰਿਓ ਨ੍ਰਿਪ ਧਰਨੀ। ਰਾਜੇ ਦਾ ਜਿਹੜਾ ਧੜ ਸੀ, ਗਰਦਨ ਜਿੱਥੋਂ ਉਤਰੀ ਆ, ਉਹਦੇ ਚ ਫੁਹਾਰਾ ਜਿਹਾ ਖੂਨ ਦਾ ਉੱਤੇ ਨੂੰ ਚੱਲਦਾ, ਤੇ ਤਤੀਰੀਆਂ ਵਹਿ ਟੁਰੀਆਂ ਖੂਨ ਦੀਆਂ,
ਤੇ ਤੜਫਦਾ ਤੜਫਦਾ ਉਹਦਾ ਧੜ ਵੀ ਜ਼ਮੀਨ ਤੇ ਡਿੱਗ ਪਿਆ ਤੇ ਡਿੱਗਾ ਪਿਆ ਵੀ ਤੜਫੀ ਜਾਂਦਾ ਹੈ। ਭਾਗੀ ਲੋਕ ਭਿਖ ਤੇ ਅਸ ਕਰਨੀ। ਇਹੋ ਜੀ ਕਰਨੀ ਵੇਖ ਕੇ ਚੰਡਕਾ ਦੀ ਜਿੰਨੇ ਉੱਥੇ ਲੋਕ ਸੀ, ਰਾਜੇ ਦੇ ਵਜ਼ੀਰ ਸੀ, ਸਭ ਭੱਜ ਗਏ। ਕਿਤੇ ਹੁਣ ਚੰਡੀ ਸਾਡੀ ਵੀ ਇਹ ਦਸ਼ਾ ਨਾ ਕਰ ਦੇਵੇ ਜੋ ਸਾਡੇ ਰਾਜੇ ਦੀ ਕੀਤੀ ਹੈ। ਉਹ ਜਿੰਨੇ ਅਹਿਲਕਾਰ ਸੀ, ਜਿੰਨੇ ਵਜ਼ੀਰ ਸੀ, ਸਭ ਭੱਜ ਗਏ। ਇੱਕਦਮ ਸਾਰੇ ਮੇਲੇ 'ਚ ਭਗਦੜ ਮਚ ਗਈ। ਰਿਓ ਨਕੋ ਨਰ ਤੈ ਥਾਨਾ। ਮੰਦਰ ਦੇ ਵਿੱਚ ਕੋਈ ਵੀ ਬੰਦਾ ਖੜਾ ਨਾ ਰਿਹਾ, ਸਾਰੇ ਹੀ ਭੱਜ ਗਏ। ਜਿਹੜੇ ਪੁਜਾਰੀ ਸੀ ਮੰਦਰ ਦੇ ਉਹ ਵੀ ਨੱਠ ਗਏ। ਤੀਨੋ ਮੈਂ ਸ਼੍ਰੀ ਗੁਰ ਮਰਦਾਨਾ। ਮੰਦਰ ਵਿੱਚ ਕੇਵਲ 3 ਜਣੇ ਰਹਿ ਗਏ, ਇੱਕ ਗੁਰੂ ਨਾਨਕ ਸਾਹਿਬ, ਦੂਸਰੇ ਭਾਈ ਬਾਲਾ ਜੀ ਔਰ ਤੀਸਰੇ ਭਾਈ ਮਰਦਾਨਾ ਜੀ। ਬਾਕੀ ਸਭ ਭੱਜ ਗਏ। ਐ ਚਿਨ ਸ਼੍ਰੀ ਚੰਡੀ ਕੇ ਸਾਥਾ। ਔਰ ਉਸ ਵਕਤ ਜਿਹੜੀ ਚੰਡਕਾ ਸੀ ਉਹਦੇ ਨਾਲ ਬਚਨ ਪੰਨਿਓ ਇਸ ਬਿਦ ਜਗਨਾਥਾ। ਜਗਤਨਾਥ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਤੇ ਚੰਡਕਾ ਦੇ ਹੱਥ 'ਚ ਤਲਵਾਰ ਸੀ। ਵੇਖ ਕੇ ਚੰਡੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭੂਪਤ ਸੇਵਕ ਹੋ ਤੋ ਤੁਮਾਰਾ। ਮਹਾਰਾਜ ਜੀ ਕਹਿੰਦੇ, ਹੇ ਚੰਡੀ, ਇਹ ਜਿਹੜਾ ਰਾਜਾ ਸੀ ਇਹ ਤੇਰਾ ਸੇਵਕ ਸੀ, ਇਹ ਤੇਰੀ ਪੂਜਾ ਕਰਦਾ ਸੀ, ਤੇਰੀ ਸੇਵਾ ਕਰਦਾ ਸੀ। ਬਾਲੇ ਕੋ ਬਚਾਏ ਸੋ ਮਾਰਾ। ਤੂੰ ਸਾਡੇ ਸੇਵਕ ਭਾਈ ਬਾਲੇ ਨੂੰ ਬਚਾ ਕੇ ਆਪਣਾ ਸੇਵਕ ਮਾਰ ਦਿੱਤਾ, ਵੀ ਇਹਦਾ ਕੀ ਕਾਰਨ ਹੈ? ਇਹ ਰਾਜਾ ਤਾਂ ਤੇਰਾ ਸੇਵਕ ਸੀ ਚੰਡੀ, ਤੂੰ ਆਪਣਾ ਸੇਵਕ ਮਾਰ ਦਿੱਤਾ ਤੇ ਸਾਡਾ ਸੇਵਕ ਭਾਈ ਬਾਲਾ ਬਚਾ ਲਿਆ। ਤਿਨ ਪ੍ਰਸੰਨ ਕੀ ਨੀਰੀਤਾ। ਜਿਹੜਾ ਤੇਰਾ ਸੇਵਕ ਸੀ ਰਾਜਾ, ਉਹਨੇ ਤਾਂ ਤੈਨੂੰ ਪ੍ਰਸੰਨ ਕਰਨ ਲਈ ਇਹ ਸਭ ਕੁਝ ਕੀਤਾ ਸੀ। ਉਹਨੇ ਤੇਰੀ ਪ੍ਰਸੰਨਤਾ ਲੈਣ ਲਈ ਇਹ ਭਾਈ ਬਾਲੇ ਦੀ ਬਲੀ ਦੇਣ ਦੀ ਤਿਆਰੀ ਕੀਤੀ ਸੀ। ਕ੍ਰੋਧ ਪਰੀ ਕਿਉਂ ਕੀਏ ਵਿਪਰੀਤਾ। ਇਹ ਚੰਡੀ ਤੈਂ ਕ੍ਰੋਧ ਕਰਕੇ ਉਲਟਾ ਕੰਮ ਕਰ ਦਿੱਤਾ ਹੈ। ਮੇਰਾ ਸੇਵਕ ਬਚਾ ਲਿਆ ਬਾਲਾ ਔਰ ਆਪਣਾ ਸੇਵਕ ਕੋ ਰਾਜਾ ਤੂੰ ਮਾਰ ਦਿੱਤਾ ਹੈ। ਤਬ ਸ਼੍ਰੀ ਚੰਡੀ ਬਚਨ ਉਚਾਰੇ। ਸਤਿਗੁਰੂ ਜੀ ਦੇ ਬਚਨ ਸੁਣ ਕੇ ਚੰਡੀ ਨੇ ਹੱਥ ਜੋੜੇ। ਪ੍ਰੇਮ ਸਹਿਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗੀ, ਸੁਨ ਸ਼੍ਰੀ ਨਾਨਕ ਸ਼੍ਰੋਨ ਮਜਾਰੇ। ਏ ਗੁਰੂ ਨਾਨਕ ਸਾਹਿਬ ਜੀ, ਆਪ ਜੀ ਕਿਰਪਾ ਕਰਕੇ ਸਰਵਣ ਕਰੋ। ਜੇ ਹਰ ਜਨ ਪਰਮੇਸ਼ਰ ਪਿਆਰੇ। ਰਚਿਆ ਕਰਹੁ ਸੰਜ ਸਕਾਰੇ। ਮਹਾਰਾਜ ਜੀ ਜਿਹੜੇ ਹਰੀ ਦੇ ਜਨ ਤੇ ਰੱਬ ਦੇ ਪਿਆਰੇ ਨੇ, ਮੈਂ ਸਵੇਰੇ ਸ਼ਾਮ 8 ਪਹਿਰ ਉਹਨਾਂ ਦੀ ਰੱਖਿਆ ਕਰਦੀ। ਖਾਲਸਾ ਜੀ, ਨਿਰੰਕਾਰ ਦੇ ਪਿਆਰਿਆਂ ਦੇ ਚਰਨਾਂ ਵਿੱਚ ਐਸੀਆਂ ਸ਼ਕਤੀਆਂ ਰਹਿੰਦੀਆਂ। ਰੱਬ ਦੀ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਇਹ ਗੁਪਤ ਮੰਡਲ ਦੇ ਵਰਤਾਰੇ ਦੀਆਂ ਸ਼ਕਤੀਆਂ ਵਰਤਦੀਆਂ। ਇਹ ਚੰਡੀ ਕਹਿ ਰਹੀ ਹੈ, ਮਹਾਰਾਜ ਜੀ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਅਕਾਲ ਪੁਰਖ ਦੇ ਪਿਆਰੇ ਹੁੰਦੇ ਨੇ, ਮੈਂ ਹਰ ਵੇਲੇ ਸਵੇਰੇ ਸ਼ਾਮ ਉਹਨਾਂ ਦੀ ਸੇਵਾ 'ਚ ਰਹਿੰਦੀ ਹਾਂ। ਜੀ ਮਤ ਮੰਦ ਤਿਨੋ ਦੁੱਖ ਦੇਈ। ਜਿਹੜੇ ਮਾੜੀ ਮਤ ਵਾਲੇ ਮਹਾਰਾਜ ਜੀ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਦਿੰਦੇ ਐ। ਜਿਹੜੇ ਖੋਟੀ ਮਤ ਵਾਲੇ, ਜਿਵੇਂ ਰਾਜੇ ਦੀ ਬੁੱਧੀ ਮਾੜੀ ਸੀ, ਮਹਾਰਾਜ ਜੀ ਜਿਹੜੇ ਖੋਟੀ ਮਤ ਵਾਲੇ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਦਿੰਦੇ ਹਨ। ਤੈ ਮਾਰੋ ਮੇਰੀ ਮਤ ਏਈ। ਮੈਂ ਉਹਨਾਂ ਨੂੰ ਝਟਪਟ ਮਾਰ ਮੁਕਾਉਣੀ ਆ, ਇਹੀ ਮੇਰੀ ਮਤ ਹੈ, ਇਹੀ ਮੇਰੀ ਬਿਰਤੀ ਹੈ। ਇਹ ਭੂਪਤ ਮਤ ਮੰਦ ਕੁਚਾਰੀ। ਇਹ ਰਾਜਾ ਮਾੜੀ ਮਤ ਵਾਲਾ, ਭੈੜੇ ਚਾਲ ਚੱਲਣ ਵਾਲਾ, ਮਾੜਾ ਕੰਮ ਕਰ ਰਿਹਾ ਸੀ। ਮਾਰਨ ਆਨਿਓ ਸੰਤ ਅਗਾਰੀ। ਮਹਾਰਾਜ ਜੀ ਐਡਾ ਵੱਡਾ ਮਹਾਂਪੁਰਸ਼ ਹੈ ਭਾਈ ਬਾਲਾ, ਤੁਹਾਡੇ ਚਰਨਾਂ ਦਾ ਸੇਵਕ ਹੈ। ਏਡੇ ਵੱਡੇ ਮਹਾਤਮਾ ਨੂੰ, ਏਡੇ ਵੱਡੇ ਸੰਤ ਨੂੰ ਮਾਰਨ ਵਾਸਤੇ ਲੈ ਕੇ ਆਇਆ ਸੀ। ਏਡਾ ਵੱਡਾ ਪਾਪ ਹੋਣਾ ਸੀ ਜੇ ਇਹਨੂੰ ਮਾਰ ਦਿੰਦਾ। ਏਡੇ ਵੱਡੇ ਮਹਾਂਪੁਰਸ਼ ਮਹਾਤਮਾ ਨੂੰ ਮਾਰਨ ਦਾ ਕਿੱਡਾ ਵੱਡਾ ਗੁਨਾਹ ਹੁੰਦਾ, ਮੇਰੇ ਮੱਥੇ ਹੀ ਲੱਗਣਾ ਸੀ। ਉਹਨੇ ਤਾਂ ਕਹਿਣਾ ਸੀ ਮੈਂ ਬਲੀ ਦਿੱਤੀ ਹੈ, ਪਰ ਉਹਨੂੰ ਮੂਰਖ ਨੂੰ ਇਹ ਨਹੀਂ ਸੀ ਪਤਾ ਵੀ ਇਹ ਕਿੱਡਾ ਵੱਡਾ ਮਹਾਤਮਾ ਹੈ, ਇਹ ਕਿਤਨੀ ਵੱਡੀ ਉੱਚੀ ਅਵਸਥਾ ਦਾ ਮਾਲਕ ਮਹਾਂਪੁਰਸ਼ ਸੰਤ ਹੈ।
ਐਸੇ ਮਹਾਂਪੁਰਸ਼ ਸੰਤ ਨੂੰ ਮਾਰਨ ਵਾਸਤੇ ਮੇਰੇ ਕੋਲ ਲੈ ਕੇ ਆਇਆ ਸੀ ਕਿਉ ਕ੍ਰੋਧ ਜਾਂ ਤੇ ਮੈਂ ਮਾਰਾ। ਤੇ ਮੈਨੂੰ ਵੇਖ ਕੇ ਗੁੱਸਾ ਆ ਗਿਆ, ਇਸ ਕਰਕੇ ਮੈਂ ਰਾਜੇ ਨੂੰ ਕਤਲ ਕਰ ਦਿੱਤਾ ਹੈ। ਰਾਜੇ ਨੂੰ ਮਾਰ ਕੇ ਤੁਹਾਡੇ ਸੇਵਕ ਨੂੰ ਬਚਾ ਲਿਆ ਹੈ। ਮਰਤ ਸੰਤ ਕੋ ਤੁਰਤ ਉਬਾਰਾ। ਔਰ ਐਸੇ ਮਹਾਂਪੁਰਸ਼ ਮਹਾਤਮਾ ਸੰਤ ਨੂੰ ਬਚਾ ਲਿਆ ਹੈ। ਅਸ ਕੈ ਲੋਪ ਪਈ ਤਬ ਦੇਵੀ। ਐਸਾ ਕਹਿ ਕੇ ਉਸ ਵਕਤ ਤੋਂ ਦੇਵੀ ਅਲੋਪ ਹੋ ਗਈ, ਚੰਡੀ ਨਮਸਕਾਰ ਕਰਕੇ ਅਲੋਪ ਹੋ ਗਈ। ਜਗ ਮਾਤਾ ਈਸ਼ਵਰੀ ਅਪੇਵੀ। ਇਹਨੂੰ ਬਹੁਤ ਸਾਰੇ ਲੋਕ ਜਗਤ ਮਾਤਾ ਕਹਿੰਦੇ ਨੇ, ਕਈ ਉਹਨੂੰ ਜਗਤ ਈਸ਼ਵਰੀ ਕਹਿੰਦੇ ਨੇ, ਕਈ ਉਹਨੂੰ ਜਗਤ ਜਨਨੀ ਕਹਿੰਦੇ ਨੇ, ਕਈ ਨਾਂ ਲੈ ਕੇ ਉਸ ਚੰਡੀ ਨੂੰ ਆਰਾਧਦੇ ਹਨ। ਵੱਡਿਓ ਨਗਰ ਮੈਂ ਸ਼ੋਕ ਅਪਾਰੀ। ਜਦੋਂ ਰਾਜਾ ਮਰ ਗਿਆ ਸਾਰੇ ਨਗਰ ਦੇ ਵਿੱਚ ਸ਼ੋਕ ਮਚ ਗਿਆ। ਇੱਕਦਮ ਸ਼ੋਕ ਦੀ ਲਹਿਰ ਦੌੜ ਪਈ ਕਿ ਸਾਡੇ ਨਗਰ ਦਾ ਧਰਮੀ ਰਾਜਾ ਮਰ ਗਿਆ। ਠੋਰ ਠੋਰ ਰੋਵੇ ਨਰ ਨਾਰੀ। ਜਿਤਨੇ ਨਰ ਨਾਰੀਆਂ ਸੀ ਸਰਬ ਥਾਵਾਂ ਤੇ ਇਕੱਠੇ ਹੋ ਕੇ ਰੋਣ ਲੱਗੇ, ਰਾਜੇ ਦਾ ਸਿਆਪਾ ਕਰਨ ਲੱਗੇ ਜਿਹੜਾ ਮਰ ਗਿਆ। ਕੀਏ ਵਿਚਾਰ ਜੇ ਹੁਤੇ ਸਿਆਣੇ। ਜਿਹੜੇ ਨਗਰ ਦੇ ਸਿਆਣੇ ਲੋਕ ਸੀ ਉਹਨਾਂ ਨੇ ਵਿਚਾਰ ਕੀਤੀ, ਗਹੇ ਜੋ ਕਲਾਵਾਨ ਮਨ ਜਾਣੇ। ਕਹਿਣ ਲੱਗੇ ਰਾਜੇ ਨੇ ਗੁਨਾਹ ਕੀਤਾ। ਜਿਹੜੇ ਮਹਾਂਪੁਰਸ਼ ਉਹਨੇ ਫੜ ਕੇ ਲਿਆਂਦੇ ਸੀ ਇਹ ਕਲਾਵਾਨ ਪੁਰਸ਼ ਸਨ, ਇਹ ਕਲਾਵਾਨ ਬਿਰਤੀ ਦੇ ਮਾਲਕ ਸਨ। ਆਏ ਸਭਈ ਤਬ ਧਰ ਪਾਉ। ਔਰ ਉਸ ਵਕਤ ਤੋਂ ਜਿੰਨੇ ਲੋਕ ਸੀ ਸਾਰੇ ਇਕੱਠੇ ਹੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਪਹੁੰਚੇ। ਸਤਿਗੁਰਾਂ ਦੇ ਚਰਨਾਂ ਵਿੱਚ ਆਪਣੇ ਨਗਰ ਦੀ ਭੁੱਲ ਬਖਸ਼ਾਉਣ ਲੱਗੇ। ਸ਼੍ਰੀ ਗੁਰ ਕੋ ਲਖ ਲੀਨ ਪ੍ਰਭਾਉ। ਜਾਣ ਲਿਆ ਕਿ ਇਹ ਸਭ ਕੁਝ ਗੁਰੂ ਨਾਨਕ ਸਾਹਿਬ ਦੇ ਪ੍ਰਭਾਵ ਨਾਲ ਹੋਇਆ। ਜਿਹੜੀ ਇਹ ਚੰਡਕਾ ਦੇਵੀ ਸੀ ਇਹ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਮੰਨ ਕੇ ਇਹਨਾਂ ਦੇ ਚਰਨਾਂ 'ਚ ਸਜਦਾ ਕਰਕੇ ਗਈ ਹੈ। ਇਹ ਪਤਾ ਲੱਗ ਗਿਆ ਸਾਰੇ ਨਗਰ ਵਾਲਿਆਂ ਨੂੰ। ਤੋ ਸਤਿਗੁਰਾਂ ਦਾ ਵੱਡਾ ਤੇਜ ਪ੍ਰਭਾਵ ਜਾਣ ਕੇ ਸਭ ਚੱਲ ਕੇ ਆਏ। ਨ੍ਰਿਪ ਸੁਤ ਠਾਂਡੋ ਆਏ ਅਗਾਰੀ। ਤੇ ਜਿਹੜਾ ਰਾਜਾ ਮਰ ਗਿਆ ਸੀ ਉਹਦਾ ਲੜਕਾ ਜਵਾਨ ਸੀ, ਉਹ ਵੀ ਆ ਗਿਆ ਸਤਿਗੁਰਾਂ ਦੇ ਸਨਮੁਖ। ਮਹਾਰਾਜ ਜੀ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਖਲੋ ਗਿਆ। ਕਰ ਕੈ ਬੰਧਨ ਬਿਨੈ ਉਚਾਰੀ। ਫਿਰ ਆਣ ਕੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਬੇਨਤੀ ਕਰਦਿਆਂ ਬੋਲਿਆ, ਕਹਿਣ ਲੱਗਾ, ਕਰੋ ਛਿਮਾ ਅਪਰਾਧ ਹਮਾਰਾ। ਛਿਮਾ ਕਰੋ ਮਹਾਰਾਜ, ਛਿਮਾ ਕਰੋ, ਸਾਡੇ ਕੋਲੋਂ ਬੜੀ ਵੱਡੀ ਭੁੱਲ ਹੋਈ ਹੈ। ਸਾਡੇ ਕੋਲੋਂ ਮਹਾਰਾਜ ਜੀ ਬੜਾ ਵੱਡਾ ਅਪਰਾਧ ਹੋਇਆ ਹੈ, ਆਪ ਜੀ ਕਿਰਪਾ ਕਰਕੇ ਛਿਮਾ ਕਰ ਦਿਓ। ਹਮਨੇ ਜਾਣਿਓ ਭੇਦ ਤੁਮਾਰਾ। ਮਹਾਰਾਜ ਜੀ ਅਸੀਂ ਤੁਹਾਡਾ ਭੇਦ ਨਹੀਂ ਜਾਣ ਸਕੇ, ਸਾਨੂੰ ਤੁਹਾਡੀ ਮਹਿਮਾ ਦਾ ਨਹੀਂ ਪਤਾ ਲੱਗਾ। ਸਿੱਖ ਆਪਨੇ ਹਮੇ ਕਰੀਜੈ। ਉਹ ਜਿਹੜਾ ਰਾਜੇ ਦਾ ਲੜਕਾ ਸੀ ਕਹਿੰਦਾ, ਮਹਾਰਾਜ ਸਾਨੂੰ ਆਪਣਾ ਸਿੱਖ ਬਣਾਓ, ਸਾਨੂੰ ਆਪਣੀ ਸਿੱਖੀ ਦਾ ਦਾਨ ਦੇ ਕੇ ਨਵਾਜੋ ਗਰੀਬ ਨਵਾਜ ਜੀ। ਅਬੇ ਦਾਨ ਸਭ ਇਨ ਕੋ ਦੀਜੈ। ਮਹਾਰਾਜ ਜੀ ਸਾਨੂੰ ਅਭੈ ਪਦਵੀ ਦਾ ਦਾਨ ਬਖਸ਼ ਕੇ ਨਿਵਾਜੋ। ਅਭੈ ਨਿਰਭਉ ਪਦਵੀ ਜਿਹਨੂੰ ਕਹਿੰਦੇ ਆ ਨਾ ਆਪਾਂ, ਕਹਿੰਦੇ ਮਹਾਰਾਜ ਜੀ ਸਾਨੂੰ ਅਭੈ ਪਦਵੀ ਨਿਰਭਉ ਪਦਵੀ ਦਾ ਦਾਨ ਦੇ ਕੇ ਨਿਵਾਜੋ। ਸੁਨਤ ਬਿਨੇ ਹੋਏ ਗਏ ਕਿਰਪਾਲਾ। ਇਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਕਿਰਪਾਲ ਹੋ ਕਿਰਪਾ ਦੇ ਘਰ ਵਿੱਚ ਆ ਗਏ। ਆਪਨ ਦਿਆ ਉਪਦੇਸ਼ ਵਿਸਾਲਾ। ਸਤਿਗੁਰੂ ਜੀ ਨੇ ਆਪਣਾ ਪਵਿੱਤਰ ਤੇ ਪਾਵਨ ਉਪਦੇਸ਼ ਇਹਨਾਂ ਸਮੂਹ ਨਗਰ ਨਿਵਾਸੀਆਂ ਨੂੰ ਇਸ ਰਾਜਕੁਮਾਰ ਦੇ ਸਮੇਤ ਬਖਸ਼ਿਸ਼ ਕੀਤਾ। ਸਤਨਾਮ ਕੋ ਸਿਮਰਨ ਕਰਨੋ। ਔਰ ਬਚਨ ਕਿਹਾ ਜਪਿਆ ਕਰੋ, ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਸੱਚੇ ਨਾਮ ਦਾ ਜਾਪ ਜਪਿਆ ਕਰੋ।
ਇਹੀ ਉਪਦੇਸ਼ ਮਹਾਰਾਜ ਜੀ ਨੇ ਘਰ ਘਰ ਜਾ ਕੇ ਬਖਸ਼ਿਸ਼ ਕੀਤਾ ਹੈ। ਕੇਵਲ ਨਾਮ ਜਪੋ ਰੇ ਪ੍ਰਾਨੀ ਪਰਹੋ ਏਕ ਕੀ ਸਰਨਾ। ਨਾਮ ਜਪੋ, ਨਾਮ ਧਿਆਵੋ, ਨਾਮ ਦੀ ਕਮਾਈ ਕਰੋ। ਅੰਮ੍ਰਿਤ ਵੇਲੇ ਮਹਾਰਾਜ ਜੀ ਮੁਖ ਵਾਕ ਬਖਸ਼ਦਿਆਂ ਹੁਕਮ ਕੀਤਾ, ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਮਹਾਰਾਜ ਜੀ ਕਹਿੰਦੇ ਮਨ ਕਰਕੇ ਤਨ ਕਰਕੇ ਪਰਮੇਸ਼ਰ ਦੀ ਆਰਾਧਨਾ ਕਰੋ, ਸੰਗਤ ਵਿੱਚ ਮਿਲ ਕੇ। ਮਿਲ ਸਾਧ ਸਮਾਗੈ ਦਾ ਮਤਲਬ ਹੁੰਦਾ ਸਮਾਗਮ। ਸਾਧ ਸੰਗਤ ਦੇ ਸਮਾਗਮ ਵਿੱਚ ਮਿਲ ਕੇ, ਸੰਗਤ ਦੇ ਇਕੱਠ ਵਿੱਚ ਪਰਮੇਸ਼ਰ ਦੀ ਆਰਾਧਨਾ ਕਰੋ, ਮਨ ਕਰਕੇ ਵੀ ਤੇ ਤਨ ਕਰਕੇ ਵੀ। ਗੁਰੂ ਨਾਨਕ ਸਾਹਿਬ ਗੁਰੂ ਬਾਬੇ ਨੇ ਉਪਦੇਸ਼ ਬਖਸ਼ਿਆ ਇਹਨਾਂ ਸਾਰੇ ਨਗਰ ਨਿਵਾਸੀਆਂ ਨੂੰ। ਆਖਿਆ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਿਆ ਕਰੋ। ਸੰਤ ਸੀਵ ਮੈਂ ਹਿਤ ਉਰ ਤਰਨੋ। ਜਿੱਥੇ ਨਾਮ ਜਪਣਾ ਉੱਥੇ ਸੰਤ ਜਨਾਂ ਦੀ ਸੇਵਾ ਵਿੱਚ ਹਿੱਤ ਕਰਨਾ, ਸਾਧੂਆਂ ਦੀ ਸੇਵਾ ਕਰਨੀ ਹੈ, ਸੰਤ ਜਨਾਂ ਦੀ ਸੇਵਾ ਵਿੱਚ ਤਤਪਰ ਹੋਣਾ ਹੈ। ਭੂਪਤ ਦਾ ਬਹੁਰ ਕਰਵਾਇਓ। ਮਹਾਰਾਜ ਜੀ ਕਹਿੰਦੇ ਇਹਦਾ ਅੰਤ ਲਿਖਿਆ ਸੀ ਇਸੇ ਤਰ੍ਹਾਂ ਰਾਜੇ ਦਾ। ਇਹਦੀ ਤਾਂ ਮੌਤ ਇਸੇ ਤਰ੍ਹਾਂ ਲਿਖੀ ਸੀ, ਵਿਧਾਤੇ ਨੇ ਹੋ ਗਈ। ਚਲੋ ਹੁਣ ਇਹਦਾ ਸੰਸਕਾਰ ਕਰੋ। ਮਹਾਰਾਜ ਜੀ ਨੇ ਰਾਜੇ ਦੀ ਉਸ ਦੇਹ ਦਾ ਅੰਤਮ ਸੰਸਕਾਰ ਕਰਵਾਇਆ। ਸਿੰਘਾਸਨ ਨਿਰਪਸੁੱਤ ਬੈਠਾਇਓ। ਤੇ ਰਾਜੇ ਦੇ ਸਿੰਘਾਸਣ ਤੇ ਉਹਦੇ ਪੁੱਤਰ ਨੂੰ ਰਾਜਾ ਬਣਾ ਕੇ ਸਤਿਗੁਰੂ ਜੀ ਨੇ ਬਿਠਾ ਦਿੱਤਾ। ਦੋਹਰਾ ਨਾਮ ਤਰਿਓ ਜਸ ਰਾਖਿਓ ਰਾਜ ਤਿਲਕ ਕੋ ਦੇ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੇ ਇਹਦਾ ਨਾਮ ਰੱਖਿਆ ਧਰਮ ਜਸ। ਕਹਿੰਦੇ ਰਾਜਾ ਤੇਰਾ ਨਾਮ ਹੋਵੇਗਾ ਧਰਮ ਜਸ। ਧਰਮ ਜਸ ਨਾਮ ਰੱਖ ਕੇ ਮਹਾਰਾਜ ਜੀ ਨੇ ਰਾਜ ਤਿਲਕ ਇਹਨੂੰ ਦਵਾਇਆ। ਸੁੰਦਰ ਧਰਮਸ਼ਾਲ ਰਚੀ ਕੀਰਤ ਤਾਂ ਕਰੇ। ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਕੇ ਇਹਨਾਂ ਨੇ ਆਪਣੇ ਨਗਰ ਵਿੱਚ ਇੱਕ ਸੋਹਣੀ ਧਰਮਸ਼ਾਲਾ ਬਣਾਈ। ਜਿਵੇਂ ਆਪਾਂ ਧਰਮਸ਼ਾਲਾ ਅੱਜ ਕੱਲ ਗੁਰਦੁਆਰਾ ਕਹਿੰਦੇ ਆ ਨਾ, ਗੁਰਦੁਆਰਾ ਕਹਿਣ ਦੀ ਮਰਜ਼ਾਦਾ ਮਹਾਰਾਜ ਪੰਜਵੇਂ ਪਾਤਸ਼ਾਹ ਤੋਂ ਬਾਅਦ ਚੱਲੀ ਹੈ। ਪਹਿਲਾਂ ਧਰਮਸ਼ਾਲਾ ਹੀ ਕਿਹਾ ਜਾਂਦਾ ਸੀ। ਜਿਤਨੇ ਗੁਰੂ ਘਰ ਸਭ ਨੂੰ ਧਰਮਸ਼ਾਲ ਕਹਿੰਦੇ ਸੀ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਘਰ ਘਰ ਅੰਦਰ ਧਰਮਸਾਲ ਹੋਆ ਕੀਰਤਨ ਸਦਾ ਵਸੋ। ਕਿ ਘਰ ਘਰ ਚ ਮਹਾਰਾਜ ਜੀ ਨੇ ਧਰਮਸ਼ਾਲ ਬਣਾ ਦਿੱਤੀ। ਸਤਿਗੁਰਾਂ ਦਾ ਬਚਨ ਮੰਨ ਕੇ ਇਦਾਂ ਕਹਿ ਲਈਏ ਵੀ ਗੁਰਦੁਆਰਾ ਇਹਨਾਂ ਨੇ ਬਣਾਇਆ ਨਗਰ ਵਿੱਚ। ਸਵਈਆ ਮਨ ਨੀਵ ਸਦੀਵ ਰੱਖੋ ਆਪਣਾ ਸਤਨਾਮ ਨਿਰੰਤਰ ਹੀ ਲਿਵ ਲਾਵੋ। ਧਰਮਸ਼ਾਲਾ ਰਚੀ ਤੇ ਹੁਕਮ ਕੀਤਾ ਸਤਿਗੁਰਾਂ ਨੇ ਵੀ ਸਵੇਰੇ ਸ਼ਾਮ ਇੱਥੇ ਕੀਰਤੀ ਕਰਨੀ ਹੈ ਪਰਮੇਸ਼ਰ ਦੀ। ਗੁਰੂ ਘਰ ਬਣਾਏ ਘਰ ਘਰ ਨਗਰ ਨਗਰ ਵਿੱਚ। ਖਾਲਸਾ ਜੀ ਨਗਰ ਨਗਰ ਦੀ ਜ਼ਿੰਮੇਵਾਰੀ ਹੈ। ਜਿਤਨੇ ਨਗਰਾਂ ਜਿੰਨੇ ਮਹੱਲਿਆਂ ਵਿੱਚ ਜਿਤਨੇ ਗੁਰੂ ਘਰ ਹਨ ਸਾਰੇ ਮਹੱਲਿਆਂ ਨਗਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਜੇ ਆਪਣੇ ਨਗਰ ਵਿੱਚ ਤੁਸੀਂ ਅਸਥਾਨ ਬਣਾਇਆ, ਸਤਿਗੁਰਾਂ ਦਾ ਦਰਬਾਰ ਬਣਾਇਆ, ਤਾਂ ਉਸ ਦਰਬਾਰ ਵਿੱਚ ਸਵੇਰ ਸ਼ਾਮ ਦੋਵੇਂ ਵੇਲੇ ਕਥਾ ਕੀਰਤਨ ਦਾ ਪ੍ਰਵਾਹ ਹੋਵੇ ਔਰ ਸਾਰੇ ਨਗਰ ਦੀ ਸੰਗਤ ਉੱਥੇ ਇਕੱਠੀ ਹੋਵੇ। ਹੁਣ ਤਾਂ ਸਕਰਾਂਦ ਵਾਲੇ ਦਿਨ ਵੀ ਭਾਈ ਜੀ ਆਵਾਜ਼ਾਂ ਮਾਰਦੇ ਆ ਵੀ ਕੱਲ ਨੂੰ ਸਕਰਾਂਦ ਆ, ਕੱਲ ਨੂੰ ਤੇ ਰੱਬ ਦਾ ਵਾਸਤਾ ਆ ਜਿਓ। ਮਹੀਨਾ ਸਾਰਾ ਲੰਘ ਗਿਆ ਨਹੀਂ ਆਏ। ਕੱਲ ਸਕਰਾਂਦ ਆ, ਸਵੇਰੇ ਕੜਾਹ ਪ੍ਰਸ਼ਾਦ ਵਰਤੇਗਾ ਦੇਸੀ ਘਿਓ ਦਾ, ਉਹਦੇ ਬਹਾਨੇ ਹੀ ਆ ਜਿਓ। ਫਿਰ ਜਾ ਕੇ ਕਿਤੇ ਪਿੰਡਾਂ ਵਾਲਿਆਂ ਨੂੰ ਮਾੜੀ ਮੋਟੀ ਨਗਰਾਂ ਵਾਲਿਆਂ ਨੂੰ ਹੋਸ਼ ਆਉਂਦੀ ਤੇ ਆਉਂਦੇ ਆ। ਵਿਰਲੇ ਵਿਰਲੇ ਪਰਿਵਾਰ ਨੇ ਜਿਹੜੇ ਗੁਰੂ ਘਰਾਂ ਵਿੱਚ ਚਾਹੇ ਕਿਸੇ ਮਹੱਲੇ 'ਚ ਹੋਵੇ ਕਿਸੇ ਨਗਰ 'ਚ ਹੋਵੇ ਜਿਹੜੇ ਜਾ ਕੇ ਸਤਿਗੁਰਾਂ ਦੇ ਦਰਬਾਰ 'ਚ ਹਾਜ਼ਰੀ ਭਰਦੇ ਹੈ। 200 300 ਪਰਿਵਾਰ ਨੇ ਇੱਕ ਇੱਕ ਨਗਰ ਦੇ ਵਿੱਚ ਤੇ ਸਤਿਗੁਰਾਂ ਦਾ ਦਰਬਾਰ ਹੈ। ਤੇ ਕਈ ਥਾਵਾਂ ਤੇ ਤਾਂ ਨਗਰਾਂ ਵਿੱਚ 3-3 ਦਰਬਾਰ ਬਣਾਏ ਨੇ, 2-2 3-3 ਗੁਰੂ ਘਰ। ਕਿਉਂ ਜੀ? ਇਹ ਫਲਾਣਿਆਂ ਦਾ ਹੈ ਤੇ ਫਲਾਣਿਆਂ ਦਾ ਹੈ ਜੀ। ਫਲਾਣੇ ਨਾਲ ਸਾਡੀ ਬਣਦੀ ਨਹੀਂ ਸੀ, ਅਸੀਂ ਵੱਖਰਾ ਬਣਾ ਲਿਆ ਤੇ ਸੰਗਤ ਨਹੀਂ ਜੋੜਨੀ ਉੱਥੇ। ਉਹ ਕਿਹਦਾ ਕੰਮ ਹੈ ਭਾਈ? ਜਿੰਨੇ ਧਰਮਸ਼ਾਲਾਵਾਂ ਹੋਣ ਗੁਰੂ ਘਰ ਹੋਣ ਉੱਥੇ ਸਵੇਰੇ ਸ਼ਾਮ ਕਥਾ ਕੀਰਤਨ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਲਾਈ। ਮਹਾਰਾਜ ਜੀ ਕਹਿੰਦੇ ਦੋਵੇਂ ਵੇਲੇ ਆਉਣਾ ਤੁਸੀਂ।
ਸਵੇਰੇ ਵੀ ਸ਼ਾਮ ਨੂੰ ਵੀ ਕਥਾ ਕੀਰਤਨ ਕਰਨਾ ਸੁਣਨਾ। ਨਾਲ ਉਪਦੇਸ਼ ਦਿੱਤਾ, ਮਨ ਨੀਮ ਸਦੀਵ ਰੱਖੋ ਆਪਣਾ, ਔਰ ਸਦਾ ਆਪਣਾ ਮਨ ਨੀਵਾ ਰੱਖਣਾ। ਸਤਨਾਮ ਨਿਰੰਤਰ ਹੀ ਲਿਵ ਲਾਭ, ਮਨ ਨੀਵਾ ਰੱਖਣਾ ਔਰ ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਹਮੇਸ਼ਾ ਆਪਣੀ ਲਿਵ ਲਾਉਣੀ ਹੈ। ਮਨ ਨੀਵਾ, ਮਨ ਨੀਮ ਕੋ ਬੀਜਨ ਪ੍ਰੇਮ, ਮਨ ਨੀਵਾ ਰੱਖਣਾ ਔਰ ਸੱਚੇ ਨਾਮ ਦੇ ਨਾਲ ਆਪਣੀ ਲਿਵ ਲਾਉਣੀ ਹੈ। ਇਸ਼ਨਾਨ ਤੇ ਦਾਨ ਕਰੋ ਸੁਖ ਪਾਵੋ, ਪੈ ਚਿਤ ਲਾਵੋ ਕੀਰਤ ਗਾਵੋ। ਔਰ ਜਿੱਥੇ ਨਾਮ ਜਪਣਾ, ਮਨ ਨੀਵਾ ਰੱਖਣਾ, ਨਾਮ ਜਪਣਾ, ਉੱਥੇ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਉੱਠ ਕੇ। ਇਸ਼ਨਾਨ ਤੇ ਦਾਨ, ਫਿਰ ਦਾਨ ਕਰਨਾ। ਤਿੰਨ ਚੀਜ਼ਾਂ ਮਹਾਰਾਜ ਜੀ, ਚਾਰ ਚੀਜ਼ਾਂ ਦੱਸੀਆਂ। ਮਨ ਨੀਵਾ ਰੱਖਣਾ, ਦੂਜਾ ਨਾਮ ਜਪਣਾ, ਤੀਜਾ ਇਸ਼ਨਾਨ ਕਰਨਾ ਤੇ ਚੌਥਾ ਦਾਨ ਕਰਨਾ। ਮਹਾਰਾਜ ਜੀ ਕਹਿੰਦੇ ਫਿਰ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ। ਤੋ ਸੁਖ ਪਾਵੋ, ਤੁਹਾਨੂੰ ਸੁਖ ਪ੍ਰਾਪਤ ਹੋਵੇਗਾ ਜਦੋਂ ਨਾਮ, ਦਾਨ ਤੇ ਇਸ਼ਨਾਨ ਇਹ ਤਿੰਨੇ ਚੀਜ਼ਾਂ ਦ੍ਰਿੜ ਕਰੋਗੇ। ਇੱਕ ਮਹਾਤਮਾ ਹੋਏ ਮਹਾਂਪੁਰਸ਼ ਸੰਤ ਬਾਬਾ ਸਾਵਣ ਸਿੰਘ ਜੀ, ਉਹਨਾਂ ਦਾ ਨਾਮ ਸੀ। ਅੰਬਾਲੇ ਦੇ ਨੇੜੇ ਰਵਾਲੋਂ ਪਿੰਡ ਵਿੱਚ ਉਹ ਰਿਹਾ ਕਰਦੇ ਸੀ। 100 ਸਾਲ ਤੋਂ ਉੱਪਰ ਆਯੂ ਮਹਾਂਪੁਰਸ਼ਾਂ ਦੀ ਹੋਈ। ਦਾਸ ਨੇ ਉਹਨਾਂ ਦੇ ਬੜੇ ਖੁੱਲੇ ਦਰਸ਼ਨ ਦੀਦਾਰ ਕੀਤੇ। ਕੋਈ ਚੇਲਾ ਨਹੀਂ ਸੀ ਰੱਖਿਆ ਉਹਨਾਂ ਆਪਣੇ ਪਾਸ। ਆਪਣਾ ਲੰਗਰ ਪ੍ਰਸ਼ਾਦਾ ਵੀ 105-7 ਸਾਲ ਦੇ ਨੇੜੇ ਤੇੜੇ ਉਮਰ ਸੀ। ਆਪਣਾ ਭੋਜਨ ਵੀ ਆਪ ਤਿਆਰ ਕਰਦੇ ਮਹਾਂਪੁਰਸ਼। ਖਿਚੜੀ ਛਕਦੇ ਸੀ 8 ਪਹਿਰ, ਤੇ ਕਦੇ ਲੇਟਦੇ ਨਹੀਂ ਸਨ, ਸਿੱਧੇ ਆਸਣਾ ਲਾ ਕੇ ਰੱਖਦੇ 8 ਪਹਿਰ। ਅੰਤ ਨੂੰ ਜਦੋਂ ਸਰੀਰ ਛੱਡਿਆ ਤੇ ਚਿਖਾ ਦੇ ਉੱਤੇ ਵੀ ਉਹਨਾਂ ਦਾ ਸਰੀਰ ਸਿੱਧਾ ਨਹੀਂ ਹੋਇਆ। ਉਸੇ ਤਰ੍ਹਾਂ ਹੀ ਬੈਠਿਆਂ ਬੈਠੇ ਹੀ ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ। ਇਹੋ ਜਿਹੇ ਮਹਾਂਪੁਰਸ਼ ਬਾਣੀ ਦੇ ਰੰਗ 'ਚ ਰੰਗੇ ਰਹਿਣਾ 8 ਪਹਿਰ। ਉਹਨਾਂ ਕੋਲ ਜਾਣਾ ਤੇ ਉਹਨਾਂ ਨੇ ਕਹਿਣਾ, ਭਾਈ ਉਹ ਇੱਧਰ ਦੀ ਜਿਵੇਂ ਪੁਆਧੀ ਇਲਾਕੇ ਦੀ ਬੋਲੀ, ਕਿਉਂਕਿ ਅੰਬਾਲੇ ਦਾ ਇਲਾਕਾ ਪੁਆਧ ਦਾ ਇਲਾਕਾ ਹੈ, ਤੇ ਉਧਰ ਦੀ ਬੋਲੀ ਬੋਲਦੇ ਸੀ ਪੁਆਧੀ। ਉਹ ਕਹਿੰਦੇ 3 ਚੀਜ਼ਾਂ ਮੰਗੇ ਕਰਾਂ ਮਹਾਰਾਜ ਜੀ ਤੇ, ਇੱਕ ਨਾਮ, ਦਾਨ ਔਰ ਇਸ਼ਨਾਨ। ਤਿੰਨਾਂ ਮਾ ਸਭ ਕੁਝ ਆ ਜਾ, ਏਦਾਂ ਬਚਨ ਕਰਿਆ ਕਰਦੇ। ਤਿੰਨਾਂ ਮਾ ਸਭ ਕੁਝ ਆ ਜਾ। ਤਿੰਨਾਂ ਵਿੱਚ ਸਾਰਾ ਕੁਝ ਕਿਵੇਂ ਆ ਜਾਂਦਾ? ਕਹਿੰਦੇ ਨਾਮ ਜਪਾਂਗੇ ਲੋਕ ਪਰਲੋਕ ਸੁਖੀ। ਹੁਣ ਦਾਨ ਕੋਈ ਗਰੀਬ ਤੇ ਨਹੀਂ ਨਾ ਕਰ ਸਕਦਾ। ਦਾਨ ਮੰਗਾਂਗੇ, ਮਹਾਰਾਜ ਕਿਰਪਾ ਕਰੋ ਸਾਨੂੰ ਦਾਨ ਦੀ ਦਾਤ ਬਖਸ਼ੋ ਵੀ ਅਸੀਂ ਦਾਨ ਕਰੀਏ। ਹੁਣ ਦਾਨ ਉਹੀ ਕਰੇਗਾ ਜਿਹਦੇ ਆਪਣੇ ਪੱਲੇ ਕੁਝ ਹੋਵੇਗਾ। ਜਿਹਦਾ ਆਪਣਾ ਖੀਸਾ ਖਾਲੀ, ਉਹ ਕਿਵੇਂ ਕਰੇਗਾ ਦਾਨ? ਜਦੋਂ ਦਾਨ ਮੰਗਾਂਗੇ ਉਦੋਂ ਗੱਫਾ ਵੀ ਆ ਜਾਣਾ ਮਾਇਆ ਦਾ। ਤੀਸਰਾ ਇਸ਼ਨਾਨ। ਇਸ਼ਨਾਨ ਬਿਮਾਰ ਬੰਦਾ ਤਾਂ ਨਹੀਂ ਕਰ ਸਕਦਾ। ਜਿਹਦਾ ਸਰੀਰ ਚੜ੍ਹਦੀ ਕਲਾ 'ਚ ਹੋਵੇਗਾ ਉਹ ਵੀ ਉਹੀ ਉੱਠ ਕੇ ਇਸ਼ਨਾਨ ਕਰੇਗਾ ਨਾ। ਬਿਮਾਰ ਬੰਦਾ ਤਾਂ ਉੱਠ ਹੀ ਨਹੀਂ ਸਕਦਾ, ਇਸ਼ਨਾਨ ਹੀ ਨਹੀਂ ਕਰ ਸਕਦਾ। ਕਹਿੰਦੇ ਜਦੋਂ ਤਿੰਨੇ ਚੀਜ਼ਾਂ ਮੰਗਾਂਗੇ, ਨਾਮ, ਦਾਨ ਤੇ ਇਸ਼ਨਾਨ, ਤੇ ਤਿੰਨਾਂ 'ਚ ਸਾਰਾ ਕੁਝ ਹੀ ਆ ਜਾਂਦਾ। ਕਿਉਂਕਿ ਉਹਨਾਂ ਮਹਾਂਪੁਰਸ਼ਾਂ ਨੇ ਸਤਿਗੁਰਾਂ ਦੀਆਂ ਜਨਮ ਸਾਖੀਆਂ ਪੜ੍ਹੀਆਂ ਸੁਣੀਆਂ, ਉਹਦੇ 'ਚੋਂ ਬਚਨ ਸੁਣਾਉਂਦੇ ਸਨ। ਤੇ ਇੱਥੇ ਸਤਿਗੁਰੂ ਜੀ ਕਹਿ ਰਹੇ ਨੇ ਇਹਨਾਂ ਨਗਰ ਨਿਵਾਸੀਆਂ ਨੂੰ, ਕਹਿੰਦੇ ਭਾਈ ਨਾਮ ਜਪਣਾ, ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ। ਨਾਮ, ਦਾਨ ਤੇ ਇਸ਼ਨਾਨ ਕਰੋ, ਸੁਖ ਪਾਵੋ, ਫਿਰ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਪੈ ਚਿਤ ਲਾਵੋ ਕੀਰਤ ਗਾਵੋ, ਫਿਰ ਚਿਤ ਲਾ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਗਾਇਨ ਕਰਨੀ ਹੈ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਵਿਧਾਤੇ ਦੀਆਂ ਸਿਫਤਾਂ ਗਾਇਨ ਕਰਨੀਆਂ ਹਨ। ਸਤ ਸੰਗਤ ਸੋ ਨਿਤ ਪਾਉ ਤਰੋ, ਤਿਨ ਸੰਗਮ ਮੈਂ ਨਿਤ ਕਾਲ ਬੀਤਾਵੋ। ਸਤ ਸੰਗਤ ਵਿੱਚ ਹਮੇਸ਼ਾ ਭਾਉ ਕਰਨਾ। ਜਿੱਥੇ ਸਤ ਸੰਗਤ ਹੋਵੇ ਉੱਥੇ ਪ੍ਰੇਮ ਨਾਲ ਸੰਗਤ ਵਿੱਚ ਬੈਠਣਾ। ਪ੍ਰੇਮ ਭਾਵ ਸਹਿਤ ਸੰਗਤ ਕਰਨੀ ਹੈ। ਸਤ ਸੰਗਤ ਸੋ ਨਿਤ ਭਾਉ ਤਰੋ, ਸਤ ਸੰਗਤ ਨਾਲ ਪ੍ਰੇਮ ਕਰਨਾ। ਔਰ ਤਿਨ ਸੰਗਮ ਮੈਂ ਨਿਤ ਕਾਲ ਬਿਤਾਵੋ,
ਸਤ ਸੰਗਤ ਦੇ ਸੰਗਮ ਵਿੱਚ ਮਿਲ ਕੇ ਸਮਾਂ ਬਤੀਤ ਕਰਨਾ, ਯਾਨੀ ਕਿ ਜਿੰਨਾ ਸਮਾਂ ਹੋਵੇ ਵੱਧ ਤੋਂ ਵੱਧ ਸਮਾਂ ਸੰਗਤ ਵਿੱਚ ਬੈਠ ਕੇ ਬਤੀਤ ਕਰਨਾ, ਕਥਾ ਸੁਣਦਿਆਂ ਕੀਰਤਨ ਸੁਣਦਿਆਂ। ਜਿੰਨਾ ਸਮਾਂ ਮਿਲੇ, ਸਰੀਰ ਜਿੰਨਾ ਚਿਰ ਬੈਠਣ ਨੂੰ ਮੰਨੇ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਕਿਹਾ ਕਰਦੇ ਕਿ ਭਾਈ ਦਰਬਾਰ ਸਾਹਿਬ ਜਾਂਦੇ ਹੋ, ਜਦੋਂ ਤੱਕ ਨੀਂਦ ਨਾ ਆਉਣ ਲੱਗ ਪਵੇ ਉਦੋਂ ਤੱਕ ਬੈਠੇ ਰਹੋ, ਨੀਂਦ ਆਉਣ ਲੱਗੇ ਤੇ ਫਿਰ ਉੱਥੋਂ ਉੱਠ ਖਲੋਵੋ, ਜਾਂ ਫਿਰ ਮਨ 'ਚ ਫੁਰਨਾ ਮਾੜਾ ਆਉਣ ਲੱਗ ਪਵੇ ਪਹਿਲਾਂ ਨੇਤਰਾਂ ਤੇ ਕਾਬੂ ਕਰਕੇ ਰੱਖੋ, ਜੇ ਮਨ 'ਚ ਫੁਰਨਾ ਮਾੜਾ ਆਉਣ ਲੱਗ ਪਵੇ ਖਿਆਲ ਮਾੜੇ ਫਿਰ ਵੀ ਉੱਠ ਖਲੋਵੋ, ਜਾਂ ਫਿਰ ਸ਼ਬਦ ਵਾਲੇ ਪਾਸੇ ਧਿਆਨ ਲਾ ਕੇ ਆਪਣੇ ਮਨ ਨੂੰ ਉੱਥੇ ਜੋੜੋ। ਯਾਨੀ ਕਿ ਸਾਧਨਾ, ਇਹਨੂੰ ਅਭਿਆਸ ਕਹਿੰਦੇ, ਇਹਨੂੰ ਸੰਥਿਆ ਹੈ। ਇਹ ਖਾਲਸਾ ਜੀ ਪਕਾਉਣੀ ਹੈ, ਇਹ ਸੰਥਿਆ ਪਕਾਉਣੀ ਕਹਿੰਦੇ ਆ ਮਹਾਂਪੁਰਸ਼। ਇਹ ਸੰਥਿਆ ਹੈ ਜਿਹੜੀ ਇਹ ਕਥਾ ਸੁਣ ਰਹੇ, ਸੰਥਿਆ, ਇਹ ਸੰਥਿਆ ਕਮਾਉਣੀ ਹੈ, ਇਹਨੂੰ ਪਕਾਉਣਾ ਹੈ। ਜਿਵੇਂ ਸੰਥਿਆ ਕਰੀਦੀ ਹੈ ਨਾ, ਤੇ ਉਸਤਾਦ ਕਹਿੰਦੇ ਹੁੰਦੇ ਭਾਈ 25 ਵਾਰੀ ਪਕਾਉਣੀ ਹੈ। ਇੱਕ ਅੰਗ ਪੜ੍ਹਾ ਦੇਣਾ, 2 ਅੰਗ ਪੜ੍ਹਾ ਦੇਣੇ, ਫਿਰ ਕਹਿਣਾ 25 ਵਾਰੀ ਪੜ੍ਹੋ। ਉਹ 25 ਵਾਰੀ ਪੜ੍ਹਨ ਦਾ ਮਤਲਬ ਹੁੰਦਾ ਵੀ ਪੱਕੀ ਹੋ ਜਾਏ। ਇਹ ਜਿਹੜੀ ਕਥਾ ਆਪ ਜੀ ਸੁਣਦੇ, ਸੰਥਿਆ, ਇਹਨੂੰ ਪਕਾਉਣਾ, ਇਹਦਾ ਅਭਿਆਸ ਕਰਨਾ। ਕੱਲਾ ਸੁਣ ਕੇ ਕੰਨ ਰਸ ਨਹੀਂ ਬਣਾਉਣਾ, ਇਹਦਾ ਕੇਵਲ ਕੰਨਾਂ ਤੱਕ ਨਹੀਂ ਇਹਨੂੰ ਸੀਮਤ ਰੱਖਣਾ। ਇਹ ਗੁਰੂ ਸਾਹਿਬ ਜੀ ਦੀ ਕਥਾ ਜਿਹੜੀ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਇੱਕ ਇੱਕ ਬਚਨ ਬੜਾ ਕੀਮਤੀ ਬਚਨ ਹੈ। ਖਾਲਸਾ ਜੀ ਇਹ ਸਤਿਗੁਰਾਂ ਦੇ ਹਿਰਦੇ 'ਚ ਉਪਜੇ ਹੋਏ ਬਚਨ ਨੇ, ਇਹ ਕਮਾਉਣ ਵਾਸਤੇ ਹੈ, ਇਹ ਕਮਾਉਣੇ ਨੇ। ਸਤ ਸੰਗਤ ਵਿੱਚ ਮਹਾਰਾਜ ਜੀ ਕਹਿੰਦੇ ਆ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਹੈ। ਤਬ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ। ਇਹਨਾਂ ਆਖਿਆ ਸੀ ਨਾ ਵੀ ਸਿੱਖੀ ਦਾਨ ਮਿਲੇ। ਮਹਾਰਾਜ ਕਹਿੰਦੇ ਜਦੋਂ ਏਦਾਂ ਕਰੋਗੇ ਨਾ, ਨਾਮ ਦਾਨ ਇਸ਼ਨਾਨ, ਮਨ ਨੀਵਾਂ ਰੱਖੋਗੇ, ਸੰਗਤ ਵਿੱਚ ਬੈਠੋਗੇ, ਕਥਾ ਕੀਰਤਨ ਸੁਣੋਗੇ, ਤਾਂ ਮਹਾਰਾਜ ਜੀ ਕਹਿੰਦੇ ਇਉਂ ਕਰਨ ਨਾਲ ਫਿਰ ਤੁਹਾਨੂੰ ਗੁਰ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ। ਇਉਂ ਮਿਲੇਗੀ ਸਿੱਖੀ, ਏਦਾਂ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ। ਜੇ ਸਭ ਬੈਨ ਸਦੀਵ ਕਮਾਓ। ਜੇ ਤੁਸੀਂ ਇਹ ਬਚਨ ਸਦੀਵ ਕਮਾਓਗੇ ਨਾ, ਆਹ ਬਚਨ ਮਹਾਰਾਜ ਜੀ ਕਹਿੰਦੇ ਜਿਹੜੇ ਅਸੀਂ ਤੁਹਾਨੂੰ ਕਹਿ ਰਹੇ ਹਾਂ, ਜੇ ਇਹ ਬਚਨ ਤੁਸੀਂ ਕਮਾਓਗੇ ਨਿਤ, ਤਾਂ ਤੁਹਾਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ। ਹਾਂਜੀ। ਦੋਹਰਾ ਕਿਤਕ ਦਿਵਸ ਰਹਿ ਕਰ ਤਾਹਾਂ, ਭਾਲੇ ਉਪਦੇਸ਼ ਦ੍ਰਿੜਾਏ। ਕੁਝ ਦਿਨ ਸਤਿਗੁਰੂ ਜੀ ਇਸ ਨਗਰ ਵਿੱਚ ਰਹੇ, ਨਗਰ ਨਿਵਾਸੀਆਂ ਨੂੰ ਇਹ ਭਲਾ ਉਪਦੇਸ਼ ਸਤਿਗੁਰੂ ਜੀ ਨੇ ਦ੍ਰਿੜ ਕਰਵਾਇਆ। ਵਿਦਾ ਹੋਏ ਗਮਨੇ ਪ੍ਰਭੂ, ਆਨ ਥਾਨ ਸਤ ਪਾਏ। ਸੋਤੇ ਸਿੱਧ ਸੁਭਾਵਕ ਸਤਿਗੁਰੂ ਜੀ ਇਸ ਨਗਰ ਤੋਂ ਵਿਦਾ ਹੋ ਕੇ ਅੱਗੇ ਨੂੰ ਚੱਲ ਪਏ। ਜੋ ਪਈ ਪਹੁੰਚੇ ਰਮਕ ਖੰਡ ਗੋਸਾਈ। ਚਲਦਿਆਂ ਚਲਦਿਆਂ ਮਹਾਰਾਜ ਜੀ ਰਮਕ ਖੰਡ ਵਿੱਚ ਪਹੁੰਚੇ ਹਨ। ਪੁਰ ਸਮੀਪ ਬੈਸਤ ਪੇ ਜਾਈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਰਮਕ ਖੰਡ ਵਿੱਚ ਇੱਕ ਨਗਰ ਦੇ ਨੇੜੇ ਜਾ ਕੇ ਬੈਠੇ ਹਨ। ਕੀਤਕ ਮਨੁਜ ਤਹਾਂ ਚੱਲ ਆਏ। ਨਗਰ ਦੇ ਕੁਝ ਲੋਕ ਚੱਲ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ। ਜਾਨ ਸੰਤ ਨਿਜ ਸੀਸ ਝੁਕਾਏ। ਸਤਿਗੁਰੂ ਜੀ ਨੂੰ ਸੰਤ ਰੂਪ ਜਾਣ ਕੇ ਸਭ ਨੇ ਆਣ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾਇਆ, ਨਮਸਕਾਰ ਕੀਤੀ। ਨਿਕਟ ਬਿਲੋਕ ਤਿਨੇ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰੂ ਜੀ ਨੇ ਨਗਰ ਨਿਵਾਸੀਆਂ ਨੂੰ ਆਪਣੇ ਕੋਲ ਬੈਠਿਆਂ ਵੇਖ ਕੇ ਦੀਤ ਪਏ ਸ੍ਰੇਸ਼ਟ ਉਪਦੇਸ਼ਾ। ਸ੍ਰੇਸ਼ਟ ਉਪਦੇਸ਼ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੇਣ ਲੱਗੇ। ਸਤਨਾਮ ਸਿਮਰੋ ਦਿਨ ਰਾਤੀ। ਆਇਆ ਹੋਇਆਂ ਨੂੰ ਬਚਨ ਕੀਤਾ ਸਤਿਗੁਰਾਂ ਨੇ, ਆਖਿਆ ਨਿਤ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਮ ਦੀ ਕਮਾਈ ਕਰਿਆ ਕਰੋ, ਨਾਮ ਜਪਿਆ ਕਰੋ। ਸੰਤ ਸੇਵ ਕਰ ਪ੍ਰੀਤ ਸੁਹਾਤੀ। ਨਾਲ ਸੰਤ ਜਨਾਂ ਦੀ ਸੇਵਾ ਕਰਨੀ ਹੈ ਪ੍ਰੇਮ ਨਾਲ। ਕੋਈ ਮਹਾਂਪੁਰਸ਼ ਆਵੇ, ਕੋਈ ਮਹਾਤਮਾ, ਕੋਈ ਸੰਤ ਆਵੇ, ਉਹਦੀ ਸੇਵਾ ਕਰਨੀ ਹੈ, ਪ੍ਰੇਮ ਸਹਿਤ ਸੇਵਾ ਕਰਨੀ ਹੈ। ਕੂਕਰ ਦ੍ਰਿਸ਼ਟ ਨ ਕਬ ਮਨ ਤਰਨੀ। ਆਪਣੇ ਮਨ 'ਚ ਕਦੇ ਕੁੱਤੇ ਵਾਲੀ ਦ੍ਰਿਸ਼ਟੀ ਨਹੀਂ ਰੱਖਣੀ। ਮਹਾਰਾਜ ਜੀ ਕਹਿੰਦੇ, ਕੂਕਰ ਕਹਿੰਦੇ ਨੇ ਕੁੱਤੇ ਨੂੰ,
ਕੂਕਰ ਦ੍ਰਿਸ਼ਟੀ ਨਹੀਂ ਰੱਖਣੀ ਆਪਣੇ ਮਨ ਵਿੱਚ। ਸ਼ੇਰ ਦ੍ਰਿਸ਼ਟ ਗੁਰਮੁਖ ਹੋਏ ਕਰਨੀ। ਸ਼ੇਰਾਂ ਵਾਲੀ ਦ੍ਰਿਸ਼ਟੀ ਰੱਖਣੀ ਹੈ ਜਿਹੜੀ ਗੁਰਮੁਖਾਂ ਦੀ ਦ੍ਰਿਸ਼ਟੀ ਹੁੰਦੀ ਹੈ। ਗੁਰਮੁਖਾਂ ਵਾਲੀ ਕਰਨੀ ਹੈ। ਸ਼ੇਰਾਂ ਵਾਲੀ ਦ੍ਰਿਸ਼ਟੀ ਰੱਖਣੀ ਹੈ, ਕੁੱਤੇ ਵਾਲੀ ਦ੍ਰਿਸ਼ਟੀ ਨਹੀਂ ਰੱਖਣੀ। ਹਰਖ ਸੋਗ ਦੁੱਖ ਸੁਖ ਮੈਂ ਤਿਆਗੋ। ਹਰਖ ਸੋਗ ਦੁੱਖ ਸੁਖ ਵਿੱਚ ਆਪਣੀ ਬਿਰਤੀ ਨੂੰ ਇੱਕ ਸਮਾਨ ਕਰਕੇ ਰੱਖਣਾ ਹੈ। ਕਰੋ ਭਗਤ ਨਿਸਪਾਛਲ ਜਾਗੋ। ਔਰ ਪਿਛਲੇ ਪੈਰ ਰਹਿੰਦੇ ਅੰਮ੍ਰਿਤ ਵੇਲੇ, ਪਿਛਲੀ ਨਿਸ ਅੰਮ੍ਰਿਤ ਵੇਲੇ ਮਹਾਰਾਜ ਜੀ ਕਹਿੰਦੇ ਉੱਠਣਾ, ਪ੍ਰਭਾਤੇ ਉੱਠਣਾ ਅੰਮ੍ਰਿਤ ਵੇਲੇ, ਕਿਉਂਕਿ ਅੰਮ੍ਰਿਤ ਵੇਲੇ ਉਹ ਉੱਠਦੇ ਆ ਜਿਹੜੇ ਰਾਮ ਦੇ ਪਿਆਰੇ ਐ, ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਐ, ਉਹ ਉੱਠਦੇ ਆ ਅੰਮ੍ਰਿਤ ਵੇਲੇ। ਉਸ ਵੇਲੇ ਚੱਲਣ ਵਾਲੀ ਹਵਾ ਉਹਨਾਂ ਵਿੱਚ ਉਹਨਾਂ ਮਹਾਂਪੁਰਸ਼ਾਂ ਦੀ ਅੰਮ੍ਰਿਤ ਵੇਲੇ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲਿਆਂ ਦੀ ਮਹਿਕ ਛੁਪੀ ਹੁੰਦੀ ਹੈ, ਉਹ ਮਿਲਦੀ ਹੈ ਅੰਮ੍ਰਿਤ ਵੇਲੇ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ, ਪਿਛਲੇ ਪਹਿਰ ਜਾਗਣਾ। ਸੁਨ ਕਰ ਬੂਝਨ ਲਗੇ ਸੋ ਮਾਨਵ। ਮਹਾਰਾਜ ਜੀ ਦੇ ਬਚਨ ਸੁਣ ਕੇ ਨਗਰ ਨਿਵਾਸੀ ਪੁੱਛਣ ਲੱਗੇ, ਦ੍ਰਿਸ਼ਟ ਜੁਕਾਈ ਹਮੇ ਨੈ ਜਾਣਵ। ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠ ਕੇ ਭਗਤੀ ਕਰਨ ਦੀ ਗੱਲ ਤਾਂ ਸਮਝ ਚ ਆਉਂਦੀ ਹੈ, ਪਰ ਜਿਹੜੀ ਤੁਸੀਂ ਇਹ ਬਚਨ ਕੀਤੇ ਨੇ ਵੀ ਕੁੱਤੇ ਵਾਲੀ ਦ੍ਰਿਸ਼ਟੀ ਛੱਡਣੀ ਆ, ਸ਼ੇਰ ਵਾਲੀ ਦ੍ਰਿਸ਼ਟੀ ਗ੍ਰਹਿਣ ਕਰਨੀ ਹੈ, ਮਹਾਰਾਜ ਇਹ ਬਚਨ ਨਹੀਂ ਸਾਨੂੰ ਸਮਝ ਆਇਆ ਵੀ ਇਹਦੇ ਚ ਕੀ ਰਮਜ ਹੈ। ਖੋਲ ਅਰਥ ਏ ਪਨੋ ਗੁਸਾਈ। ਇਹ ਗੁਸਾਈ ਜੀ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਖੋਲ ਕੇ ਵਖਿਆਨ ਕਰਕੇ ਦੱਸੋ ਤਾਂ ਜੋ ਸਾਨੂੰ ਸਮਝ ਆਵੇ। ਤੁਮ ਹੋ ਸੰਤ ਸਬਨ ਸਮ ਸੁਖਦਾਈ। ਮਹਾਰਾਜ ਜੀ ਤੁਸੀਂ ਸੰਤੋ ਸਭ ਨੂੰ ਸੁਖ ਦੇਣ ਵਾਲੇ ਹੋ। ਕਿਰਪਾ ਨਿਦਾਨ ਪਨੀ ਤਬ ਬਾਨੀ। ਸਤਿਗੁਰੂ ਜੀ ਨੇ ਇਹਨਾਂ ਨਗਰ ਨਿਵਾਸੀਆਂ ਦੀ ਬੇਨਤੀ ਸੁਣ ਕੇ ਬੋਲੇ, ਕਹਿਣ ਲੱਗੇ ਰਮਕ ਖੰਡ ਵਾਲਿਆਂ ਨੂੰ, ਦ੍ਰਿਸ਼ਟ ਕੂਕਰੀ ਲਿਓ ਪਛਾਨੀ। ਪਾਤਸ਼ਾਹ ਕਹਿੰਦੇ ਜਿਹੜੀ ਕੂਕਰੀ ਦ੍ਰਿਸ਼ਟੀ ਆ, ਜਿਹਨੂੰ ਕੂਕਰ ਦ੍ਰਿਸ਼ਟੀ ਕੁੱਤੇ ਦੀ ਦ੍ਰਿਸ਼ਟੀ ਕਹਿੰਦੇ, ਉਹ ਇਉਂ ਸਮਝੋ ਦੁੱਖ ਸੁਖ ਮੁਝ ਕੋ ਮਾਨਵ ਦੇਈ। ਉਹ ਇਉਂ ਸਮਝ ਲੋ ਵੀ ਬੰਦਾ ਇਹ ਸਮਝਦਾ ਵੀ ਆਹ ਦੁੱਖ ਆ ਸੁੱਖ ਮੈਨੂੰ ਫਲਾਣੇ ਬੰਦੇ ਨੇ ਦਿੱਤਾ। ਉਹ ਏਦਾਂ ਸਮਝਦਾ, ਜਿਹਦੇ ਕੋਲ ਕੂਕਰ ਦ੍ਰਿਸ਼ਟੀ ਆ ਨਾ, ਕੁੱਤੇ ਵਾਲੀ ਦ੍ਰਿਸ਼ਟੀ, ਉਹ ਏਦਾਂ ਸਮਝਦਾ ਵੀ ਇਹ ਦੁੱਖ ਸੁੱਖ ਮੈਨੂੰ ਬੰਦੇ ਦਿੰਦੇ ਆ, ਬੰਦੇ ਮੈਨੂੰ ਦੁੱਖ ਦੇ ਰਹੇ ਨੇ, ਬੰਦੇ ਮੈਨੂੰ ਸੁੱਖ ਦੇ ਰਹੇ ਨੇ, ਉਹ ਇਉਂ ਸਮਝਦੇ ਹਨ। ਹਾਂਜੀ, ਈਸ਼ਵਰ ਕੀ ਗਤ ਲਖੇ ਨਾ ਉਹ ਕੇਹੀ। ਈਸ਼ਵਰ ਦੀ ਗਤ ਨਹੀਂ ਜਾਣਦੇ, ਅਕਾਲ ਪੁਰਖ ਦੀ ਗਤ ਨੂੰ ਨਹੀਂ ਜਾਣਦੇ, ਮਾਰਨ ਹਾਰ ਨ ਜਾਣੇ ਸੁਆਨਾ। ਕਿਉਂਕਿ ਕੁੱਤੇ ਦਾ ਇਹ ਸੁਭਾਅ ਹੁੰਦਾ ਹੈ ਕਿ ਤੁਸੀਂ ਉਹਨੂੰ ਡਾਂਗ ਨਾਲ ਮਾਰੋ, ਉਹ ਮਾਰਨ ਵਾਲੇ ਵੱਲ ਨਹੀਂ ਵੇਖਦਾ। ਜਿਹੜੀ ਡਾਂਗ ਨਾਲ ਮਾਰੋਗੇ ਭੱਜ ਕੇ ਉਹਨੂੰ ਦੰਦ ਮਾਰਨ ਪੈਂਦਾ, ਉਹਨੂੰ ਮੂੰਹ ਚ ਲੈਂਦਾ। ਈਵਨ ਇੱਥੋਂ ਤੱਕ ਕਿ ਤੁਸੀਂ ਕੋਈ ਪੱਥਰ ਵੀ ਮਾਰੋ ਉਹਨੂੰ, ਤੇ ਮਾਰਨ ਵਾਲੇ ਵੱਲ ਨਹੀਂ ਦੌੜਦਾ, ਜਿੱਧਰ ਪੱਥਰ ਮਾਰੋਗੇ ਪੱਥਰ ਨੂੰ ਭੱਜ ਕੇ ਮੂੰਹ ਚ ਬੋਚਦਾ। ਉਹਦਾ ਸੁਭਾਅ ਹੈ, ਉਹ ਮਾਰਨ ਵਾਲੇ ਵੱਲ ਨਹੀਂ ਵੇਖਦਾ, ਜਿਹੜੀ ਸ਼ੈ ਨਾਲ ਮਾਰਿਆ ਜਾ ਰਿਹਾ ਉਹਦੇ ਵੱਲ ਵੇਖਦਾ। ਇਹਨੂੰ ਕੂਕਰ ਦ੍ਰਿਸ਼ਟੀ ਕਹਿੰਦੇ ਹਨ। ਲਸ਼ਟਕ ਕੋ ਕਾਟੇ ਅਨਜਾਨਾ। ਉਹ ਅਣਜਾਣ ਸੋਟੀ ਨੂੰ ਕੱਟਦਾ, ਉਹ ਕਹਿੰਦਾ ਖਬਰੇ ਸੋਟੀ ਮਾਰਦੀ ਆ ਮੈਨੂੰ, ਮਾਰਦਾ ਤਾਂ ਸੋਟੀ ਜਿਹਨੇ ਹੱਥ 'ਚ ਫੜੀ ਆ ਉਹ ਮਾਰ ਰਿਹਾ। ਉਹ ਕੁੱਤਾ ਇਹ ਸਮਝਦਾ ਵੀ ਇਹ ਸੋਟੀ ਮੈਨੂੰ ਮਾਰਦੀ ਹੈ, ਉਹ ਸੋਟੀ ਨੂੰ ਭੱਜ ਕੇ ਦੰਦਾਂ ਥੱਲੇ ਲੈਂਦਾ। ਇਸ ਪ੍ਰਕਾਰ ਕੋ ਜੋ ਨਰ ਹੋਈ। ਇਦਾਂ ਜਿਹੜੇ ਕੂਕਰ ਦ੍ਰਿਸ਼ਟੀ ਵਾਲੇ ਮਨੁੱਖ ਹੁੰਦੇ ਆ, ਬੰਦੇ ਹੁੰਦੇ ਨੇ, ਮਨ ਮੁਖ ਸਵਾਨ ਦ੍ਰਿਸ਼ਟ ਐ ਸੋਈ। ਉਹਨਾਂ ਮਨ ਮੁੱਖਾਂ ਦੀ ਸਵਾਨ ਦ੍ਰਿਸ਼ਟੀ ਹੈ। ਉਹਨਾਂ ਨੂੰ ਕੋਈ ਤਕਲੀਫ ਆਵੇ ਕਹਿੰਦੇ ਫਲਾਣੇ ਨੇ ਦਿੱਤਾ ਦੁੱਖ, ਫਲਾਣੇ ਨੇ ਦੁੱਖ ਦਿੱਤਾ। ਉਹ ਇਹ ਨਹੀਂ ਵੇਖਦੇ ਕਿ ਪ੍ਰਮਾਤਮਾ ਮੇਰੇ ਕਰਮਾਂ ਦਾ ਮੈਨੂੰ ਫਲ ਪਿਆ ਦਿੰਦਾ, ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣੇ। ਉਹ ਬੰਦਿਆਂ ਤੇ ਦੋਸ਼ ਆਰੋਪਦਾ, ਫਲਾਣੇ ਨੇ ਦੁੱਖ ਦਿੱਤਾ, ਫਲਾਣੇ ਨੇ ਤਕਲੀਫ ਦਿੱਤੀ ਹੈ। ਉਹਦੀ ਕੂਕਰ ਦ੍ਰਿਸ਼ਟੀ ਆ ਮਨਮੁਖ ਦੀ। ਕਿਸ ਪ੍ਰਕਾਰ ਦੁੱਖ ਸੁਖ ਬਨ ਆਵੇ। ਉਹ ਦੁੱਖ ਸੁੱਖ ਏਦਾਂ ਸਮਝਦਾ ਜਿਸ ਪ੍ਰਕਾਰ ਨਾਲ ਵੀ ਬਣ ਆਵਣ। ਪਰਮੇਸ਼ਰ ਤੇ ਸਰਬ ਲਖਾਵੇ। ਜਿਹੜੇ ਗੁਰਮੁਖ ਨੇ ਨਾ, ਉਹ ਸਮਝਦੇ ਆ ਵੀ ਇਹ ਸਾਰੇ ਦੁੱਖ ਸੁੱਖ ਪਰਮੇਸ਼ਰ ਕੋਲੋਂ ਆਉਂਦੇ ਆ, ਉਹ ਅਕਾਲ ਪੁਰਖ ਬਖਸ਼ਦਾ ਹੈ। ਮਾਨੁਕ ਬਪਰਾ ਕੌਣ ਵਿਚਾਰਾ। ਇਹ ਵਿਚਾਰਾ ਮਨੁੱਖ ਕੀ ਹੈ ਜਿਹੜਾ ਕਿਸੇ ਨੂੰ ਦੁੱਖ ਜਾਂ ਸੁੱਖ ਦੇ ਸਕੇ। ਕਰੇ ਕਾਜ ਸਭ ਸ਼੍ਰੀ ਕਰਤਾਰਾ। ਇਹ ਸਾਰੇ ਕੰਮ ਕਰਨ ਤੇ ਕਰਾਉਣ ਵਾਲਾ ਇੱਕ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਜਿਉ ਕੇ ਹਰ ਤਜ ਸ਼ਸਤਰਨ ਸਾਰੇ। ਉਹ ਸ਼ੇਰ ਦ੍ਰਿਸ਼ਟੀ ਹੈ, ਸ਼ੇਰ ਨੂੰ ਕੋਈ ਮਾਰੇ ਨਾ,
ਤੇ ਉਹ ਸ਼ਸਤਰ ਵੱਲ ਨਹੀਂ ਵੇਖਦਾ। ਜਿਹੜਾ ਮਾਰਦਾ ਉਹਦੇ ਤੇ ਝਪਟ ਮਾਰਦਾ, ਉਹ ਸ਼ਸਤਰ ਵੱਲ ਨਹੀਂ ਵੇਖਦਾ। ਜੇ ਉਹਨੂੰ ਬੰਦੂਕ ਨਾਲ ਕੋਈ ਗੋਲੀ ਵੀ ਮਾਰੇ ਨਾ, ਜਿੱਥੋਂ ਗੋਲੀ ਆਉਂਦੀ ਇੱਕ ਵਾਰੀ ਝਪਟ ਲੈ ਕੇ ਉੱਥੇ ਆਉਂਦਾ ਹੈ ਵੀ ਗੋਲੀ ਮਾਰੀ ਕਿਹਨੇ ਹੈ। ਤੋ ਸ਼ਸਤਰ ਦੇ ਵੱਲ ਵੇਖਦਾ ਸ਼ੇਰ, ਉਹ ਮਾਰਨ ਵਾਲੇ ਵੱਲ ਵੇਖਦਾ, ਸ਼ਸਤਰ ਵੱਲ ਨਹੀਂ ਵੇਖਦਾ। ਤੂਰਨ ਤਕੇ ਜੇ ਮਾਰਨ ਹਾਰੇ। ਜਿਹੜਾ ਮਾਰਨ ਵਾਲਾ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਦਾ ਸ਼ੇਰ। ਜਿਸ ਚੀਜ਼ ਨਾਲ ਮਾਰ ਰਿਹਾ ਸ਼ਸਤਰ ਅਸਤਰ ਨਾਲ, ਉਹਦੇ ਵੱਲ ਨਹੀਂ ਵੇਖਦਾ। ਤਿਉ ਗੁਰਮੁਖ ਪਰਮੇਸ਼ਰ ਦਿਸ਼ ਤੇ। ਇਦਾਂ ਜਿਹੜੇ ਗੁਰਮੁਖ ਨੇ ਨਾ, ਇਹ ਪਰਮੇਸ਼ਰ ਵਾਲੇ ਪਾਸੇ ਵੇਖਦੇ ਆ, ਅਕਾਲ ਪੁਰਖ ਵੱਲ ਤੱਕਦੇ ਹਨ। ਲਖੇ ਸੋ ਦੁਖ ਸੁਖ ਅਪਰ ਨ ਕਿਸ ਤੇ। ਉਹ ਸਭ ਜਾਣਦੇ ਨੇ ਵੀ ਇਹ ਦੁੱਖ ਸੁੱਖ ਕੇਵਲ ਪਰਮੇਸ਼ਰ ਦੇ ਦਿੱਤੇ ਹੋਏ ਨੇ। ਕਿਸੇ ਬੰਦੇ ਦੇ ਦਿੱਤਿਆਂ ਦੁੱਖ ਨਹੀਂ ਮਿਲਦਾ, ਕਿਸੇ ਬੰਦੇ ਦੇ ਦਿੱਤਿਆਂ ਸੁੱਖ ਨਹੀਂ ਮਿਲਦਾ। ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਬੰਦਾ ਬੰਦੇ ਦੇ ਉੱਤੇ ਭਰੋਸਾ ਰੱਖਦਾ ਹੈ, ਗੁਰਮੁਖ ਰੱਬ ਤੇ ਭਰੋਸਾ ਰੱਖਦਾ ਹੈ ਕਿ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਦੁੱਖ ਸੁੱਖ ਦਾ ਦਾਤਾ। ਉਹੀ ਹੈ ਅਕਾਲ ਪੁਰਖ। ਉਹਦੇ ਕੋਲ ਸ਼ੇਰ ਵਾਲੀ ਦ੍ਰਿਸ਼ਟੀ ਹੈ ਨਾ ਗੁਰਮੁਖ ਕੋਲ। ਉਹ ਅਕਾਲ ਪੁਰਖ ਵਾਲੀ ਤੱਕਦਾ ਹੈ, ਪਰਮੇਸ਼ਰ ਵਾਲੀ ਵੇਖਦਾ ਹੈ। ਦੇਣ ਹਾਰ ਏਕੋ ਕਰਤਾਰਾ। ਉਹ ਕਹਿੰਦਾ ਦੇਣ ਵਾਲਾ ਕੇਵਲ ਇੱਕ ਕਰਤਾਰ ਹੀ ਹੈ, ਇੱਕ ਪਰਮੇਸ਼ਰ ਹੀ ਦੇਣ ਵਾਲਾ ਹੈ। ਮਨਮੁਖ ਛੱਡ ਕੇ ਨਾ ਦੇਣ ਹਾਰੇ ਨੂੰ, ਦੇਣ ਹਾਰ ਪ੍ਰਭ ਛੱਡ ਕੇ, ਉਹ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗਾ ਹੋਇਆ। ਗੁਰਮੁਖ ਕੇਵਲ ਪਰਮੇਸ਼ਰ ਨੂੰ ਹੀ ਦੇਵਨਹਾਰਾ ਸਮਝਦਾ ਹੈ। ਇਉ ਤੁਮ ਲਖੋ ਹੋਏ ਨਿਸਤਾਰਾ। ਮਹਾਰਾਜ ਜੀ ਕਹਿੰਦੇ ਹੈ ਰਮਕ ਖੰਡ ਵਾਲਿਓ, ਜੇ ਤੁਸੀਂ ਇਉਂ ਜਾਣ ਲੋਗੇ ਨਾ ਆਪਣੇ ਮਨ 'ਚ, ਜੇ ਏਦਾਂ ਸਮਝ ਲਓਗੇ ਤਾਂ ਤੁਹਾਡੀ ਕਲਿਆਣ ਹੋਵੇਗੀ। ਜੇ ਏਦਾਂ ਸਮਝ ਲੋਗੇ ਤਾਂ ਤੁਸੀਂ ਇਸ ਸੰਸਾਰ ਤੋਂ, ਇਸ ਭਵ ਸਾਗਰ ਤੋਂ ਪਾਰ ਉਤਰੋਗੇ। ਮਨ ਰੋਕਨ ਕੀਜੇ ਅਭਿਆਸਾ। ਆਪਣੇ ਮਨ ਨੂੰ ਰੋਕਣ ਦਾ ਅਭਿਆਸ ਕਰੋ। ਇਹ ਅਭਿਆਸ ਕਰਨਾ ਪੈਂਦਾ। ਅਸੀਂ ਕਹਿੰਦੇ ਜੀ ਸਾਡਾ ਮਨ ਨਹੀਂ ਟਿਕਦਾ। ਟਿਕਾਣ ਦਾ ਯਤਨ ਕਿੰਨਾ ਕੁ ਕੀਤਾ ਭਲਾ? ਅਸੀਂ ਕਹਿੰਦੇ ਆ ਸਾਰੇ ਵੀ ਮਨ ਨਹੀਂ ਟਿਕਦਾ ਜੀ। ਦੱਸੋ ਭਲਾ ਪਹਿਲਾਂ ਅਸੀਂ ਇਸ ਮਨ ਨੂੰ ਟਿਕਾਉਣ ਵਾਸਤੇ ਕਿੰਨਾ ਕੁ ਯਤਨ ਕੀਤਾ, ਕਿੰਨੀ ਕੁ ਸਾਧਨਾ ਕੀਤੀ? ਗੱਲਾਂ ਨਾਲ ਹੀ ਟਿਕਾਣਾ ਚਾਹੁੰਦੇ ਆ, ਗੱਲੀ ਬਾਤੀ ਨਹੀਂ ਟਿਕਦਾ। ਮਹਾਰਾਜ ਜੀ ਕਹਿੰਦੇ ਮਨ ਨੂੰ ਰੋਕਣ ਦਾ ਅਭਿਆਸ ਕਰੋ। ਪੁਨਾ ਪੁਨਾ ਭੱਜਣ ਲੱਗੇ ਮੋੜ ਮੋੜ ਕੇ ਲਿਆਓ। ਜਿਵੇਂ ਕੋਈ ਜਾਨਵਰ ਹੁੰਦਾ ਨਾ, ਪਸ਼ੂ, ਉਹਨੂੰ ਟੋਰੀਏ, ਉਹ ਭੱਜ ਭੱਜ ਕੇ ਹਰਾ ਖਾਣ ਜਾਂਦਾ, ਸੱਜੇ ਖੱਬੇ ਡਾਂਗ ਲੈ ਕੇ ਸਿੱਧਾ ਕਰਕੇ ਟੋਰਨਾ ਪੈਂਦਾ, ਜਾਂ ਉਹਦੇ ਮੂੰਹ ਤੇ ਛਿੱਕਾ ਚਾੜ ਦਿਓ ਫਿਰ ਸਿੱਧਾ ਟੁਰਦਾ। ਏਦਾਂ ਇਸ ਮਨ ਨੂੰ ਮੋੜ ਮੋੜ ਕੇ ਲਿਆਉਣਾ ਪੈਣਾ। ਇਹਨੂੰ ਕਹਿੰਦੇ ਨੇ ਅਭਿਆਸ। ਪਾਤਸ਼ਾਹ ਕਹਿੰਦੇ ਮਨ ਰੋਕਣ ਦਾ ਅਭਿਆਸ ਕਰੋ। ਮਹਾਂਪੁਰਸ਼ ਕਹਿੰਦੇ ਜਦੋਂ ਬੈਠਦੇ ਹੋ ਨਾ, ਪਹਿਲਾਂ ਵੇਖੋ ਵੀ ਇਹ ਮਨ ਕੀ ਕਰਦਾ ਹੈ। ਪਹਿਲਾਂ ਇਹਦੇ ਦ੍ਰਿਸ਼ਟਾ ਬਣੋ, ਇਹਦੇ 'ਚ ਫੁਰਨੇ ਉੱਠਣ ਦਿਓ ਜਿੰਨੇ ਉੱਠਦੇ ਨੇ। ਨੇਤਰ ਮੁੰਦ ਕੇ ਸਾਧਨਾ ਕਰੋ, ਭਜਨ ਕਰੋ। ਨਾਲੇ ਮਨ 'ਚ ਵੇਖੋ ਕੀ ਫੁਰਨੇ ਕਰਦਾ, ਕਿੰਨੇ ਸੰਕਲਪ ਵਿਕਲਪ ਕਰਦਾ। ਫਿਰ ਧਿਆਨ ਨਾਲ ਵੇਖੋ ਵੀ ਕਿੱਧਰ ਕਿੱਧਰ ਜਾਂਦਾ। ਪਹਿਲਾਂ ਇਹਦੇ ਨਾਲ ਨਾਲ ਹੀ ਟੁਰੇ ਫਿਰੋ, ਜਿੱਧਰ ਜਿੱਧਰ ਜਾਂਦਾ ਤੁਰੇ ਚਲੋ ਨਾਲ ਨਾਲ ਹੀ, ਸਹਿਜੇ ਸਹਿਜੇ। ਫਿਰ ਇਹਨੂੰ ਮੋੜ ਕੇ ਲਿਆਉਣਾ ਸ਼ੁਰੂ ਕਰੋ। ਹਾਂ ਵੀ ਮਨਾ ਵੇਖ ਲਿਆ, ਹੁਣ ਇੱਧਰ ਜਾ ਕੇ ਤੱਕ ਲਿਆ, ਮੈਂ ਵੀ ਤੇਰੇ ਨਾਲ ਹੀ ਗਿਆ ਸਾਂ, ਵੇਖ ਲਿਆ ਉੱਥੇ ਕੁਝ ਲੱਭਿਆ? ਤੇਰੇ ਕਹਿੰਦਾ ਮਨ ਹੀ ਬੋਲਦਾ, ਅੱਗੋਂ ਕੁਝ ਨਹੀਂ ਲੱਭਿਆ। ਚੱਲ ਫਿਰ ਮੁੜ ਸ਼ਬਦ ਵਿੱਚ ਜੁੜ। ਫਿਰ ਜਾਏਗਾ, ਫਿਰ ਮੋੜੋ, ਫਿਰ ਜਾਏਗਾ, ਫਿਰ ਮੋੜੋ। ਇਹਨੂੰ ਕਹਿੰਦੇ ਨੇ ਮਨ ਰੋਕਣ ਦਾ ਅਭਿਆਸ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪਣੇ ਮਨ ਨੂੰ ਰੋਕਣ ਦਾ ਅਭਿਆਸ ਕਰੋ। ਵਿਸ਼ੇ ਬਾਸ਼ ਨਾ ਹੋਏ ਸਭ ਨਾਸ਼ਾ। ਜਿਵੇਂ ਜਿਵੇਂ ਮਨ ਰੋਕੋਗੇ ਤਿਵੇਂ ਤਿਵੇਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਨਾਸ਼ ਹੋਣਗੀਆਂ। ਕਿਤਕ ਦਿਵਸ ਰਹਿ ਕਰਤੇ ਥਾਨਾ। ਸਤਿਗੁਰੂ ਜੀ ਕੁਝ ਦਿਨ ਇਹਨਾਂ ਦੇ ਕੋਲ ਇਸੇ ਨਗਰ ਵਿੱਚ ਰਮਕ ਖੰਡ 'ਚ ਰਹੇ। 300 ਅਸ ਉਪਦੇਸ਼ ਬਖਾਨਾ। ਇਹਨਾਂ ਨੂੰ ਐਸਾ ਪਵਿੱਤਰ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ। ਵਿਦਾ ਹੋਏ ਕੀਨੋ ਪੁਨ ਗਵਨੰ। ਧਰਮਸ਼ਾਲਾ ਦੀ ਸਥਾਪਨਾ ਕੀਤੀ, ਕਥਾ ਕੀਰਤਨ ਦੇ ਪ੍ਰਵਾਹ ਚਲਾਏ,
ਔਰ ਆਖਿਆ ਵਿਹਾਗਤ ਦੀ ਲੋੜਵੰਦ ਦੀ ਸੇਵਾ ਟਹਿਲ ਕਮਾਉਣੀ ਲੰਗਰ ਚਲਾਉਣੇ ਨਾਲ ਭਜਨ ਕਰਨਾ ਬਾਣੀ ਪੜ੍ਹਨੀ। ਇਹ ਹੁਕਮ ਕਰਕੇ ਗਰੀਬ ਨਵਾਜ ਪਾਤਸ਼ਾਹ ਨੇ ਉੱਥੋਂ ਅੱਗੇ ਨੂੰ ਕੂਚ ਕੀਤਾ ਹੈ। ਭਦਰ ਖੰਡ ਪਹੁੰਚੇ ਗੁਣ ਭਵਨੰ। ਰੰਮਕ ਖੰਡ ਤੋਂ ਚੱਲ ਕੇ ਪਾਤਸ਼ਾਹ ਜੀ ਭੱਦਰ ਖੰਡ ਵਿੱਚ ਆਏ ਹਨ। ਪੈ ਨ੍ਰਿਪ ਸੁਨਿਓ ਸੰਤ ਪੁਰੇ ਆਏ। ਭੱਦਰ ਖੰਡ ਦਾ ਜਿਹੜਾ ਰਾਜਾ ਸੀ ਉਹਨੇ ਜਦੋਂ ਸੁਣਿਆ ਉਹ ਚੱਲ ਕੇ ਆਇਆ ਸਤਿਗੁਰਾਂ ਕੋਲ। ਮਿਲਿਓ ਆਨ ਕਰ ਸੀਸ ਝੁਕਾਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆਣ ਕੇ ਇਸ ਭੱਦਰ ਖੰਡ ਦੇ ਰਾਜੇ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸੀਸ ਝੁਕਾਇਆ, ਨਮਸਕਾਰ ਕੀਤੀ। ਬੰਦ ਹਾਥ ਦਵੈ ਬੈਠ ਸਮੀਪਾ। ਦੋਵੇਂ ਹੱਥ ਬੰਨ ਕੇ ਜੋੜ ਕੇ ਸਤਿਗੁਰੂ ਜੀ ਦੇ ਕੋਲ ਬੈਠ ਗਿਆ। ਬੋਲਿਓ ਕੋਲ ਨਾਭ ਅਵਨੀਪਾ। ਇਹ ਰਾਜਾ ਹੈ, ਇਸ ਰਾਜੇ ਦਾ ਨਾਮ ਹੈ ਰਾਜਾ ਕੌਲ ਨਾਭ। ਇੱਕ ਤਾਂ ਕਵਲ ਨਾਭ ਸੀ ਜਿਹੜਾ ਸਿੰਗਲਾ ਦੀਪ ਦੇ ਟਾਪੂ ਦਾ ਸ਼ਿਵ ਨਾਭ ਸੀ, ਇਹਦਾ ਨਾਮ ਹੈ ਕੌਲ ਨਾਭ। ਕੌਲ ਨਾਭ ਨਾਮ ਦਾ ਇਹ ਰਾਜਾ ਹੈ ਜਿਹੜਾ ਸਤਿਗੁਰਾਂ ਕੋਲ ਆ ਕੇ ਬੈਠਾ ਹੈ। ਆਸ਼ਰਮ ਚਾਰ ਲਿਖੇ ਜੋ ਆਈ। ਕਹਿਣ ਲੱਗਾ ਮਹਾਰਾਜ ਜੀ ਧਰਮ ਗ੍ਰੰਥਾਂ ਵਿੱਚ 4 ਆਸ਼ਰਮਾਂ ਦਾ ਵਰਣਨ ਆਉਂਦਾ। 4 ਵਰਣ ਨੇ, 4 ਹੀ ਆਸ਼ਰਮ ਨੇ। 4 ਆਸ਼ਰਮ ਕਿਹੜੇ ਕਿਹੜੇ ਨੇ? ਬ੍ਰਹਮਚਰਜ, ਗ੍ਰਸਤ, ਬਾਨਪ੍ਰਸਥ ਤੇ ਸੰਨਿਆਸ। 100 ਸਾਲ ਦੀ ਉਮਰ ਨੂੰ ਏਦਾਂ ਵੰਡਦੇ ਐ। 1 ਸਾਲ ਤੋਂ 25 ਸਾਲ ਦੀ ਉਮਰ ਤੱਕ ਬ੍ਰਹਮਚਰਜ, 25 ਸਾਲ ਤੋਂ 50 ਸਾਲ ਦੀ ਉਮਰ ਤੱਕ ਗ੍ਰਸਤ, 50 ਸਾਲ ਤੋਂ 75 ਸਾਲ ਦੀ ਉਮਰ ਤੱਕ ਬਾਨਪ੍ਰਸਥ, 75 ਸਾਲ ਤੋਂ 100 ਸਾਲ ਤੱਕ ਦੀ ਉਮਰ ਦਾ ਸੰਨਿਆਸ। ਇਹ 4 ਆਸ਼ਰਮ ਕਹਿੰਦੇ ਆ। 25 ਸਾਲ ਦੀ ਉਮਰ ਤੱਕ ਪ੍ਰੋੜ ਹੋ ਜਾਂਦਾ ਬਾਲਕ, ਉਸ ਉਮਰ 'ਚ ਸ਼ਾਦੀ ਹੋਵੇ। 50 ਸਾਲ ਦੀ ਉਮਰ ਤਾਈਂ ਬੱਚੇ ਪੈਦਾ ਕਰਕੇ ਉਹਨਾਂ ਨੂੰ ਆਪਣੇ ਥਾਵਾਂ ਤੇ ਮੁਕਰਰ ਕਰਕੇ ਜ਼ਿੰਮੇਵਾਰੀ ਨਿਭਾ ਕੇ 50 ਸਾਲ ਦੀ ਉਮਰ ਤੋਂ ਫਿਰ ਹੌਲੇ-ਹੌਲੇ ਘਟਾਣਾ ਸ਼ੁਰੂ ਕਰ ਦੇਵੇ। ਬਾਨਪ੍ਰਸਥ ਦਾ ਮਤਲਬ ਇਹ ਨਹੀਂ ਵੀ ਜੰਗਲ ਚਲੇ ਜਾਣਾ। ਬਾਨਪ੍ਰਸਥ ਦਾ ਮਤਲਬ ਹੁੰਦਾ ਵੀ ਥੋੜੀ-ਥੋੜੀ ਜ਼ਿੰਮੇਵਾਰੀ ਪਰਿਵਾਰ ਨੂੰ ਦੇ ਕੇ ਬੱਚਿਆਂ ਨੂੰ ਆਪ ਧਰਮ ਸਥਾਨਾਂ ਦੀ ਯਾਤਰਾ, ਕਦੇ ਹਜ਼ੂਰ ਸਾਹਿਬ ਚਲੇ ਗਏ, ਕਦੇ ਹੇਮਕੁੰਡ ਸਾਹਿਬ ਚਲੇ ਗਏ, ਵੱਧ ਸਮਾਂ। ਤੇ ਫਿਰ ਜਿਹੜਾ ਸਨਾਤਨ ਧਰਮ ਦੇ ਵਿੱਚ ਉਹ ਤਾਂ ਫਿਰ ਘਰ ਹੀ ਛੱਡ ਦਿੰਦੇ। 75 ਸਾਲ ਦੀ ਉਮਰ ਤੋਂ ਬਾਅਦ ਸੰਨਿਆਸ ਲੈ ਲੈਂਦੇ ਵੀ ਕਿਤੇ ਤੀਰਥ ਦੇ ਕੰਢੇ ਤੇ ਹੀ ਆਪਣਾ ਸਰੀਰ ਤਿਆਗਣਾ, ਪਰਿਵਾਰ ਤੋਂ ਪਰੇ ਹੋ ਕੇ, ਨਿਰਮੋਹ ਹੋ ਕੇ। ਪਰ ਗੁਰਮਤਿ ਦੇ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਵੀ, ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਦੀ ਖੇਡ ਹੈ। ਕਹਿਣ ਲੱਗਾ ਜੀ 4 ਆਸ਼ਰਮ ਦੱਸੇ ਨੇ। ਬ੍ਰਹਮਚਰਜ, ਕਈ ਬ੍ਰਹਮਚਰਜ ਹੀ ਪਾਲਦੇ ਆ, ਸ਼ਾਦੀ ਨਹੀਂ ਕਰਾਉਂਦੇ। ਕਈ ਸੰਨਿਆਸ ਲੈਂਦੇ ਆ ਤੇ ਕਈ ਬਾਨਪ੍ਰਸਥੀ ਹੋ ਕੇ ਰਹਿੰਦੇ ਆ। ਮਹਾਰਾਜ ਜੀ ਇਹ 4 ਆਸ਼ਰਮ ਜਿਹੜੇ ਨੇ ਇਹ ਦੱਸੇ ਜਾਂਦੇ ਹਨ। ਸ੍ਰੇਸ਼ਟ ਕੌਣ ਕਹੋ ਇਸ ਮਾਈ। ਇਹਨਾਂ 4 ਆਸ਼ਰਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਆਸ਼ਰਮ ਕਿਹੜਾ ਹੈ? ਸਤਿਗੁਰੂ ਜੀ ਨੂੰ ਪੁੱਛਦੇ। ਰਾਜਾ ਕੌਲ ਨਾਭ ਪੁੱਛ ਰਿਹਾ ਕਿ ਇਹਨਾਂ 4 ਆਸ਼ਰਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਆਸ਼ਰਮ ਕਿਹੜਾ? ਪਾਤਸ਼ਾਹ ਜੀ ਦੱਸ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸੁਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਸੰਪਰਦਾਏ ਦਲ ਬਾਬਾ ਬਿਧੀ ਚੰਦ ਸਾਹਿਬ। ਧੰਨ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਦਲ ਪੰਥ ਚੱਲਦਾ ਹੈ। ਉਹ ਦਲ ਪੰਥ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਦਲ ਪੰਥ ਸਮੇਤ ਆਪਣੇ ਨੇੜੇ ਰਸੂਲਪੁਰ ਸੈਦਾਂ ਗੁਰੂ ਨਾਨਕ ਆਸ਼ਰਮ ਜਿੱਥੇ ਅਸਥਾਨ ਹੈ ਸੰਤ ਨਿਰੰਜਨ ਸਿੰਘ ਜੀ ਹੋਣਾ ਦਾ, ਉਹਦੇ ਸਾਹਮਣੇ ਦਲ ਪੰਥ ਆਇਆ। ਹੁਣ ਇਸ ਵਕਤ ਘੋੜ ਦੌੜ ਹੋਵੇਗੀ, ਉੱਥੇ ਮਹੱਲਾ ਨਿਕਲੇਗਾ। ਜਿਹੜੀਆਂ ਸੰਗਤਾਂ ਜਾ ਸਕਦੀਆਂ ਹਨ ਉੱਥੇ ਹਾਜ਼ਰੀਆਂ ਭਰੋ। ਨਿਸ਼ਾਨਾ ਨਗਾਰਿਆਂ ਦੇ, ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਸੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂਗੀ ਸਦਾ ਪਬੀਤ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ